ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸਚ ਰੰਗ ਇੱਕੋ ਨਾਮ ਆਧਾਰ। ਵਿਖਿਆ ਰੰਗ ਕੂੜਾਵਿਆ ਦਿਸਨ ਛਬੇ ਛਾਰ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਵਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ। ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ। ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ। ਨਾਨਕ ਹਰ ਜੀ ਮਇਆ ਕਰ ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ 12 ਮਾਹ ਜੋ ਰਾਗ ਮਾਝ ਦੇ ਵਿੱਚ ਹੈ, ਜਿਸ ਦੀ ਆਪਾਂ ਲੜੀਵਾਰ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ। ਤੇ ਇਸ ਲੜੀ ਦੇ ਤਹਿਤ ਅੱਜ ਆਪਾਂ 12 ਮਾਹ ਬਾਣੀ ਦਾ 6 ਨੰਬਰ ਸ਼ਬਦ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 134 ਦੇ ਉੱਪਰ ਇਹ ਸ਼ਬਦ ਸੁਭਾਇਮਾਨ ਹੈ। ਸਤਿਗੁਰ ਮਹਾਰਾਜ ਜੀ ਨੇ ਇੱਕ ਦੇਸੀ ਮਹੀਨੇ ਦੇ ਨਾਮ ਦੀ ਵਰਤੋਂ ਕਰਕੇ ਸਾਨੂੰ ਬਹੁਤ ਪਿਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿੱਥੇ ਬਾਹਰਲੀ ਰੁੱਤ ਦਾ ਮਨੁੱਖ ਦੇ ਜੀਵਨ 'ਤੇ ਅਸਰ ਪੈਂਦਾ ਹੈ, ਸਤਿਗੁਰ ਜੀ ਨੇ ਮਨੁੱਖੀ ਜੀਵਨ ਨੂੰ ਵੀ ਬਹੁਤ ਸੋਹਣੀ ਤਰਤੀਬ ਦਿੱਤੀ ਹੈ ਕਿ ਜਿਵੇਂ ਸਾਉਣ ਦੇ ਮਹੀਨੇ ਵਿੱਚ ਵਰਖਾ ਹੁੰਦੀ ਹੈ, ਬਾਹਰ ਹਰਿਆਵਲ ਹੁੰਦੀ ਹੈ, ਬਾਹਰ ਇੱਕ ਵਾਰ ਸਾਰੀ ਬਨਸਪਤੀ ਖਿੜ ਜਾਂਦੀ ਹੈ, ਤਾਂ ਹਜ਼ੂਰ ਫਰਮਾਉਂਦੇ ਨੇ ਇੱਦਾਂ ਹੀ ਮਨੁੱਖ ਦੇ ਜੀਵਨ ਦੇ ਵਿੱਚ ਜਦੋਂ ਸੱਚ ਆਉਂਦਾ ਹੈ, ਸੱਚ ਨਾਲ ਜੁੜਦਾ ਹੈ, ਇਹਦਾ ਜੀਵਨ ਵੀ ਹਰਿਆ ਭਰਿਆ ਹੋ ਜਾਂਦਾ ਹੈ। ਇੱਥੇ ਜੀਵਨ ਹਰੇ ਹੋਣ ਦਾ ਅਰਥ ਹੈ ਇਹਦੇ ਵਿੱਚ ਵੀ ਉਹ ਰੱਬੀ ਗੁਣ ਪੈਦਾ ਹੁੰਦੇ ਨੇ ਜਿਹੜੇ ਇਹਦੇ ਜੀਵਨ ਨੂੰ ਮਜ਼ਬੂਤ ਤੇ ਤਾਕਤ ਦਿੰਦੇ ਨੇ, ਇਹਦਾ ਮਨੋਬਲ ਉੱਚਾ ਚੱਕਦੇ ਨੇ। ਸਹਿ ਫਰਮਾਉਂਦੇ ਨੇ, ਨਾਨਕ ਹਾਰ ਜੀ ਮਇਆ ਕਰ ਸ਼ਬਦ ਸਵਾਰਨ ਹਾਰ। ਹੇ ਨਾਨਕ, ਉਹ ਪ੍ਰਮਾਤਮਾ ਦੀ ਕਿਰਪਾ ਦੇ ਜਿਹੜੇ ਪਾਤਰ ਬਣ ਜਾਂਦੇ ਨੇ, ਉਹ ਗੁਰੂ ਦੀ ਬਖਸ਼ਿਸ਼ ਦੀ ਜਿਹੜੀ ਅਸਲੀ ਕਮਾਈ ਹੈ ਉਹਨੂੰ ਆਪਣੀ ਜ਼ਿੰਦਗੀ ਵਿੱਚ ਹੰਡਾਉਂਦੇ ਨੇ। ਅਤੇ ਅਸਲੀ ਕਮਾਈ ਕੀ ਹੈ? ਸ਼ਬਦ ਸਵਾਰਨ ਹਾਰ। ਸ਼ਬਦ ਦੁਆਰਾ ਉਹਨਾਂ ਦਾ ਜੀਵਨ ਸਵਰ ਜਾਂਦਾ ਹੈ। ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ, ਜਿਹਦਾ ਅਰਥ ਸ਼ਬਦ ਰਾਹੀਂ, ਸ਼ਬਦ ਦੁਆਰਾ, ਸ਼ਬਦ ਨਾਲ ਮਨੁੱਖ ਦੇ ਜੀਵਨ ਦੀ ਘਾੜਤ ਘੜੀ ਜਾਂਦੀ ਹੈ। ਸ਼ਬਦ ਸਵਾਰਨ ਹਾਰ, ਜੀਵਨ ਨੂੰ ਸਵਾਰਿਆ ਜਾਂਦਾ ਹੈ ਜਿਹੜੇ ਉਹਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ। ਜਦੋਂ ਅਸੀਂ ਸਤਿਗੁਰ ਦੀ ਬਾਣੀ ਪੜ੍ਹਦੇ ਹਾਂ, ਸ਼ਬਦ ਵਿੱਚ ਬੜੀ ਵੱਡੀ ਕਲਾ ਹੈ। ਜਿਹੜਾ ਮਨੁੱਖ ਦੇ ਆਪਾਂ ਇੱਦਾਂ ਵੀ ਮਹਿਸੂਸ ਕਰਦੇ ਹਾਂ ਵੀ ਗੁਰੂ ਦਾ ਸ਼ਬਦ ਇੱਕ ਛੈਣੀ ਅਤੇ ਹਥੌੜੀ ਦਾ ਕੰਮ ਕਰਦਾ ਹੈ। ਜਿਵੇਂ ਇੱਕ ਪੱਥਰ ਦੇ ਬਹੁਤ ਵੱਡੇ ਪੀਸ ਵਿੱਚੋਂ ਸਿਆਣਾ ਕਾਰੀਗਰ ਛੈਣੀ ਅਤੇ ਹਥੌੜੀ ਨਾਲ ਉਹਦੇ ਵਿੱਚੋਂ ਬਹੁਤ ਸੋਹਣੀ ਮੂਰਤੀ ਨੂੰ ਤਰਾਸ਼ਦਾ ਹੈ। ਲੋਕ ਉਸ ਮੂਰਤੀ ਨੂੰ ਵੇਖ ਕੇ ਬੜੇ ਪ੍ਰਭਾਵਿਤ ਹੁੰਦੇ ਨੇ। ਜਿੱਥੇ ਮੂਰਤੀ ਤੋਂ ਪ੍ਰਭਾਵਿਤ ਹੁੰਦੇ ਨੇ, ਬਣਾਉਣ ਵਾਲੇ ਦੀ ਵੀ ਨਾਲ ਵਡਿਆਈ ਕਰਦੇ ਨੇ ਵੀ ਕਿਆ ਕਲਾ, ਜਿਹੜੀ ਕਿੰਨੇ ਸੋਹਣੇ ਤਰੀਕੇ ਨਾਲ ਇਸ ਪੱਥਰ ਵਿੱਚੋਂ ਇੱਕ ਮੂਰਤੀ ਨੂੰ ਕੱਢਿਆ, ਪ੍ਰਗਟ ਕੀਤਾ। ਇੱਦਾਂ ਹੀ ਗੁਰੂ ਸ਼ਬਦ ਦੀ ਛੈਣੀ ਅਤੇ ਹਥੌੜੀ ਦੇ ਨਾਲ
ਮਨੁੱਖ ਦੇ ਜੀਵਨ ਦੀ ਸੋਹਣੀ ਜੀ ਘਾੜਤ ਕੱਢਦੇ ਨੇ। ਗੁਰੂ ਦਾ ਵਾਕ ਹੈ, ਗੁਰੂ ਕਾ ਸ਼ਬਦ ਰਤਨ ਹੈ। ਗੁਰੂ ਦਾ ਸ਼ਬਦ ਇੱਕ ਰਤਨ ਹੈ, ਹੀਰੇ ਜਵਾਹਰਾਤ ਨੇ। ਹੀਰੇ ਜਿੱਤ ਜੜਾਓ, ਗੁਰੂ ਦੇ ਸ਼ਬਦ ਵਿੱਚ ਪਰਮੇਸ਼ਰ ਦੇ ਗੁਣ ਰੂਪੀ ਕਹਿਣ ਲੱਗੇ ਹੀਰੇ ਜੜੇ ਹੋਏ ਨੇ। ਉਹ ਗੁਣ ਰੂਪੀ ਹੀਰੇ ਨੇ। ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਜੁੜਦੇ ਹਾਂ, ਸਾਡੀ ਜ਼ਿੰਦਗੀ ਵਿੱਚ ਵੀ ਉਹ ਹੀਰੇ ਜਵਾਹਰਾਤ ਆ ਜਾਂਦੇ ਨੇ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਸਾਂਝ ਪਾਉਂਦੇ ਹਾਂ। ਤਾਂ ਇਹ ਬਾਣੀ 'ਚ ਵਾਕ ਸੀ, ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜਦੋਂ ਗੁਰੂ ਦਾ ਸ਼ਬਦ ਮਹਿੰਗਾ ਹੈ, ਗੁਰੂ ਦਾ ਸ਼ਬਦ ਰਤਨ ਹੈ, ਤੇ ਜਦੋਂ ਉਸ ਗੁਰੂ ਦੇ ਸ਼ਬਦ ਨਾਲ ਮਨੁੱਖ ਜੁੜਦਾ ਹੈ, ਇਹਦਾ ਜੀਵਨ ਵੀ ਹੀਰੇ ਜਵਾਹਰਾਤਾਂ ਵਰਗਾ ਹੋ ਜਾਂਦਾ ਹੈ। ਤਾਂ ਹਜ਼ੂਰ ਫਰਮਾਉਂਦੇ ਨੇ, ਸ਼ਬਦ ਰਤਨ ਜਿਤ ਮਨ ਲਾਗਾ। ਇਸ ਸ਼ਬਦ ਰਤਨ ਵਿੱਚ ਜਿਨ੍ਹਾਂ ਦਾ ਮਨ ਲੱਗ ਗਿਆ, ਗੱਲ ਤੇ ਮਨ ਲੱਗਣ ਦੀ ਹੈ ਨਾ। ਤਨ ਤੁਹਾਡਾ ਚਲਾ ਗਿਆ ਗੁਰਦੁਆਰੇ, ਬੱਚਿਆਂ ਦੇ ਤਨ ਸਕੂਲ ਚਲੇ ਗਏ, ਪਰ ਜੇ ਬੱਚੇ ਦਾ ਮਨ ਸਕੂਲ ਦੀ ਉਸ ਪੜ੍ਹਾਈ ਵਿੱਚ ਨਾ ਲੱਗੇ ਤਾਂ ਬੱਚੇ ਵਾਸਤੇ ਉੱਥੇ ਬੈਠਣਾ ਬਹੁਤ ਔਖਾ ਹੁੰਦਾ ਹੈ। ਜਿੱਥੇ ਇੱਕ ਸਟੂਡੈਂਟ ਬੱਚਾ ਸਕੂਲ ਵਿੱਚ ਆਪਣਾ ਤਨ ਲੈ ਕੇ ਜਾਂਦਾ ਹੈ, ਆਪਣਾ ਸਰੀਰ ਲੈ ਕੇ ਜਾਂਦਾ, ਉਹਨੂੰ ਉੱਥੇ ਆਪਣਾ ਮਨ ਵੀ ਨਾਲ ਲੈ ਕੇ ਜਾਣਾ ਪੈਂਦਾ। ਮਨ ਉਹਦਾ ਉੱਥੇ ਹਾਜ਼ਰ ਹੋਏਗਾ ਤਾਂ ਪੜ੍ਹ ਪਾਏਗਾ। ਇੱਦਾਂ ਜਿੱਥੇ ਅਸੀਂ ਸਰੀਰ ਕਰਕੇ ਬੈਠ ਜਾਂਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਇੱਦਾਂ ਜਿਹੜਾ ਮਨ ਹੈ ਜਦੋਂ ਗੁਰੂ ਦੇ ਸ਼ਬਦ ਨਾਲ ਜੁੜਦਾ ਹੈ, ਸਿੱਖਿਆ ਨਾਲ ਜੁੜਦਾ ਹੈ, ਤੇ ਮਨ ਵੀ ਸੋਹਣਾ ਬਣ ਜਾਂਦਾ, ਕੀਮਤੀ ਬਣ ਜਾਂਦਾ ਹੈ। ਹਜ਼ੂਰ ਫਰਮਾਉਂਦੇ ਨੇ, ਸ਼ਬਦ ਰਤਨ ਜਿਤ ਮਨ ਲਾਗਾ। ਜਿਹੜਾ ਸ਼ਬਦ ਰਤਨ ਹੈ, ਜਿਹਦਾ ਮਨ ਲੱਗ ਗਿਆ, ਇਹ ਹੋਆ ਸਮਾਓ। ਇਹਦੇ ਜਿਹਦਾ ਮਨ ਸ਼ਬਦ ਵਿੱਚ ਸਮਾ ਗਿਆ, ਇੱਕਮਿਕ ਹੋ ਗਿਆ, ਗੁਰਬਾਣੀ ਬਣੀ ਹੈ ਜਿਹਨੂੰ ਕਹਿੰਦੇ ਨੇ। ਸ਼ਬਦ ਸੇਤੀ ਮਨ ਮਿਲਿਆ, ਜਿਨ੍ਹਾਂ ਦਾ ਮਨ ਸ਼ਬਦ ਨਾਲ ਮਿਲ ਗਿਆ, ਇੱਕਮਿਕ ਹੋ ਗਿਆ। ਯਾਨੀ ਕਿ ਮਨ ਵੈਸੇ ਤਾਂ ਹੈ, ਤਾਂ ਮਨ ਵੀ ਸ਼ਬਦ ਹੀ ਹੈ। ਮਨ ਕੋ ਪਾਠ ਥੋੜ੍ਹਾ ਇੱਦਾਂ ਦੱਸਣ ਵਾਲੀ ਚੀਜ਼ ਥੋੜ੍ਹਾ। ਮਨ ਤੇ ਸ਼ਬਦਾਂ ਦੇ ਸੰਗ੍ਰਹਿ ਨੂੰ ਮਨ ਕਹਿੰਦੇ ਆਪਾਂ। ਯਾਨੀ ਕਿ ਜਦੋਂ ਗੁਰੂ ਦਾ ਹੁਣ ਹੈ ਸਾਰਿਆਂ ਕੋਲ ਮਨ, ਯਾਨੀ ਕਿ ਹੈਗੀ ਸਾਰਿਆਂ ਕੋਲ ਸ਼ਬਦ ਹੈ, ਵਿਚਾਰ ਹੈ। ਕਿਸੇ ਦੇ ਵਿਚਾਰ ਗੰਦੇ ਨੇ ਉਹਦਾ ਗੰਦਾ ਮਨ ਹੈ, ਜਿਹਦੇ ਵਿਚਾਰ ਚੰਗੇ ਨੇ ਉਹਦਾ ਚੰਗਾ ਮਨ ਹੈ। ਜਿਹਦੇ ਉੱਤਮ ਵਿਚਾਰ ਨੇ ਉਹਦਾ ਉੱਤਮ ਮਨ ਹੈ, ਜਿਹਦੇ ਮੱਧਮ ਵਿਚਾਰ ਨੇ, ਨੀਵੇਂ ਵਿਚਾਰ ਨੇ, ਉਹਦਾ ਨੀਵਾਂ ਮਨ ਹੈ। ਤੇ ਇੱਥੇ ਆਖਿਆ ਗੁਰ ਕਾ ਸ਼ਬਦ ਰਤਨ ਹੈ। ਜਦੋਂ ਗੁਰੂ ਦੇ ਸ਼ਬਦ ਰਤਨ ਨਾਲ ਇਹ ਮਨ ਜੁੜੇਗਾ, ਫਿਰ ਮਨ ਵੀ ਤੇ ਮਹਿੰਗਾ ਹੋਏਗਾ ਨਾ। ਫਿਰ ਤੇ ਮਨ ਨੂੰ ਖੋਟਹਾਰ ਥੋੜ੍ਹਾ ਕਿਹਾ ਜਾਏਗਾ ਵੀ ਮਨ ਖੋਤਾ ਹੈ। ਫਿਰ ਤੇ ਕਹੇਗਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਨ। ਸ਼ਬਦ ਸੇਤੀ ਮਨ ਮਿਲਿਆ। ਜਦੋਂ ਸ਼ਬਦ ਨਾਲ ਮਨ ਮਿਲ ਗਿਆ, ਇੱਕਮਿਕ ਹੋ ਗਿਆ, ਸੱਚੇ ਲਾਇਆ ਭਾਉ। ਫਿਰ ਸੱਚ ਨਾਲ ਤੇ ਭਾਉ ਪਏਗਾ ਨਾ, ਸੱਚ ਨਾਲ ਤੇ ਪਿਆਰ ਬਣੇਗਾ ਹੀ ਨਾ। ਫਿਰ ਆਪੇ ਹੀਰਾ ਮਾਰੇ ਗਏ, ਫਿਰ ਸਮਝ ਆ ਗਈ, ਆਪੇ ਹੀਰਾ। ਫਿਰ ਮਨ ਵੀ ਉਸੇ ਸ਼ਬਦ ਦਾ ਰੂਪ ਬਣ ਗਿਆ। ਫਿਰ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ। ਜਿਹਨੇ ਇਹ ਗੱਲ ਬੁੱਝ ਲਈ, ਉਹ ਫਿਰ ਆਪੇ ਹੀਰਾ ਤੇ ਆਪੇ ਰਤਨ ਬਣ ਗਿਆ। ਤਾਂ ਪਾਸ਼ਾ ਅੱਗੇ ਬਖਸ਼ਿਸ਼ ਕਰਦੇ ਨੇ, ਕਹਿ ਨਾਨਕ ਸ਼ਬਦ ਰਤਨ ਹੈ। ਗੁਰੂ ਦਾ ਸ਼ਬਦ ਇੱਕ ਰਤਨ ਹੈ, ਹੀਰਾ ਜਿਤ ਜੜਾਓ, ਜਿਹਦੇ ਵਿੱਚ ਸੋਹਣੇ ਗੁਣ ਰੂਪੀ ਹੀਰੇ ਜੜੇ ਹੋਏ ਨੇ। ਤਾਂ ਸਾਧ ਸੰਗਤ ਜੀ, ਇੱਥੇ ਪਾਤਸ਼ਾਹ ਜੀ ਕਹਿੰਦੇ, ਨਾਨਕ ਹਰ ਜੀ ਮਇਆ ਕਰ ਸ਼ਬਦ ਸਵਾਰਨ ਹਾਰ। ਸ਼ਬਦ ਨੇ ਸਵਾਰਨਾ ਹੈ, ਸ਼ਬਦ ਨੇ ਜ਼ਿੰਦਗੀ ਨੂੰ ਘੜਨਾ ਹੈ। ਤੇ ਸ਼ਬਦ ਦਾ ਸਮੁੰਦਰ ਕਹਿ ਲਓ, ਸ਼ਬਦ ਦਾ ਸਾਗਰ ਕਹਿ ਲਓ, ਬੋਹਿਤ ਕਹਿ ਲਓ, ਸਾਡਾ ਗੁਰੂ ਹੈ। ਤਾਂ ਹੀ ਆਖਿਆ ਸੀ, ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ। ਕੱਚ ਤੋਂ ਕੰਚਨ ਹੋ ਗਿਆ ਜਦੋਂ ਦਾ ਗੁਰੂ ਦਾ ਸ਼ਬਦ ਸੁਣਿਆ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਸ਼ਬਦ ਸਵਾਰਨਹਾਰ। ਗੁਰੂ ਜੀ ਦਾ ਸ਼ਬਦ ਜ਼ਿੰਦਗੀ ਨੂੰ ਸਵਾਰਦਾ ਹੈ। ਤੁਸੀਂ ਵੇਖੋ, ਜਿਹੜਾ ਸਿਆਣਾ ਡਾਕਟਰ ਹੁੰਦੇ ਆ ਨਾ, ਉਹ ਜਦੋਂ ਮਰੀਜ਼ ਨੂੰ ਮੈਡੀਸਨ ਦਿੰਦੇ ਆ, ਉਹ ਕਹਿੰਦੇ ਵੇਖੋ, ਜਿੱਥੇ ਮੈਡੀਸਨ ਨੇ ਕੰਮ ਕਰਨਾ ਨਾ, ਉੱਥੇ ਤੁਹਾਡੇ ਮਨੋਬਲ ਨੇ ਵੀ ਕੰਮ ਕਰਨਾ। ਤੁਹਾਡੇ ਬ੍ਰੇਨ ਦੇ ਵਿੱਚ ਏਡੀ ਵੱਡੀ ਪਾਵਰ ਹੈ ਕਿ ਤੁਸੀਂ ਹਰ ਇੱਕ ਬਿਮਾਰੀ ਨਾਲ ਜੂਝ ਸਕਦੇ ਹੋ। ਜੇ ਤੁਹਾਡਾ ਬ੍ਰੇਨ ਤਾਕਤਵਰ ਹੈ, ਜੇ ਤੁਹਾਡਾ ਮਨ ਮਜ਼ਬੂਤ ਹੈ, ਮਨ ਤਗੜਾ ਹੈ ਤੁਹਾਡਾ, ਤਾਂ ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ ਆ, ਜਦੋਂ ਮਨ ਸ਼ਬਦ ਨਾਲ ਜੁੜੇਗਾ, ਸ਼ਬਦ ਦੀ ਵਿਚਾਰ ਨਾਲ ਜੁੜੇਗਾ, ਮਨ ਪ੍ਰਵਾਹ ਨਹੀਂ ਕਰਦਾ। ਫਿਰ ਮਨ ਨਾ ਡਿੱਗੇ, ਤਨ ਕਾਹੇ ਕੋ ਡਰਾਏ।
ਜਦੋਂ ਮਨ ਨਹੀਂ ਡੋਲਦਾ ਫਿਰ ਤਨ ਦੀ ਤਾਂ ਵੇਖੋ, ਜਦੋਂ ਮਨ ਮਜ਼ਬੂਤ ਹੋਵੇ ਤਨ ਦੀਆਂ ਬਿਮਾਰੀਆਂ ਦੀ ਪ੍ਰਭਾਵ ਨਹੀਂ ਕਰਦਾ। ਪਰ ਜਦੋਂ ਮਨ ਬਿਮਾਰ ਹੋ ਜਾਏ ਨਾ ਫਿਰ ਬੜੀ ਛੇਤੀ ਬੰਦਾ ਡਿੱਗਦਾ। ਮਨ ਨੂੰ ਚੜ੍ਹਦੀ ਕਲਾ 'ਚ ਰੱਖਣਾ। ਪਾਤਸ਼ਾਹ ਇੱਥੇ ਕਹਿੰਦੇ ਨੇ, ਨਾਨਕ ਹਰਿ ਜੀ ਮਇਆ ਕਰ ਸ਼ਬਦ ਸਵਾਰਨ ਹਾਰ। ਸ਼ਬਦ ਨਾਲ, ਕਿਉਂਕਿ ਗੁਰੂ ਦਾ ਸ਼ਬਦ ਜੀਵਨ ਨੂੰ ਸਵਾਰਨ ਹਾਰ ਹੈ, ਸ਼ਬਦ ਨਾਲ ਜ਼ਿੰਦਗੀ ਸਵਰਦੀ ਹੈ। ਹੇ ਮਾਲਕ ਜੀ, ਮੈਂ ਤੁਹਾਡੀ ਕਿਰਪਾ ਦਾ ਪਾਤਰ ਬਣ ਗਿਆ ਹੈ, ਤੁਹਾਡਾ ਸ਼ਬਦ ਮੇਰੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ, ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦਾ। ਨਾਨਕ ਹਰਿ ਜੀ ਮਇਆ ਕਰ, ਮਿਹਰ ਕਰੋ, ਤਰਸ ਕਰੋ। ਸ਼ਬਦ ਸਵਾਰਨ ਹਾਰ, ਤੁਹਾਡੇ ਸ਼ਬਦ ਦੁਆਰਾ ਮੇਰੀ ਜ਼ਿੰਦਗੀ ਸਵਰ ਜਾਏ, ਮੈਂ ਜ਼ਿੰਦਗੀ ਨੂੰ ਖੂਬਸੂਰਤ ਬਣਾ ਲਵਾਂ। ਸਾਵਣ, ਸਾਵਣ ਦੇ ਨਾਣੇ ਨੂੰ ਇੱਥੇ ਔਂਕੜ ਹੈ। ਇਹਦਾ ਅਰਥ ਹੈ ਸਾਵਣ ਸ਼ਬਦ ਦੁਆਰਾ, ਸਾਵਣ ਸ਼ਬਦ ਰਾਹੀਂ, ਸਾਵਣ ਸ਼ਬਦ ਵਰਤ ਕੇ ਇਹ ਸਿੱਖਿਆ ਦੇ ਰਹੇ ਨੇ ਮਹਾਰਾਜ। ਸਾਵਣ ਸ਼ਬਦ ਵਰਤ ਕੇ ਨਾ ਇਹਦਾ ਸਿੱਖਿਆ ਦੇ ਰਹੇ ਨੇ। ਸਾਵਣ ਤਿੰਨਾਂ ਸੁਹਾਗਣੀ, ਉਹ ਜੀਵ ਇਸਤਰੀਆਂ ਸੁਹਾਗਣਾ ਨੇ, ਉਹ ਪਤੀ ਵਾਲੀਆਂ ਨੇ। ਇੱਥੇ ਸੁਹਾਗਣ ਇਹ ਜੀਵ ਹੋ ਗਿਆ, ਸੁਹਾਗਣੀ ਜਿਹੜੀਆਂ ਸੱਚ ਨਾਲ ਵਿਆਹੀਆਂ ਗਈਆਂ, ਭਾਵ ਜਿਹੜੀਆਂ ਸੱਚ ਦਾ ਸੰਗ ਮਾਣਦੀਆਂ ਨੇ। ਜਦੋਂ ਬਾਣੀ 'ਚ ਸੁਹਾਗਣੀ ਸ਼ਬਦ ਆਇਆ ਨਾ, ਜਿਹੜਾ ਗੁਰੂ ਦੇ ਰਸਤੇ 'ਤੇ ਤੁਰਦਾ ਉਹਨੂੰ ਬਾਣੀ ਸੁਹਾਗਣ ਕਹਿੰਦੀ ਹੈ। ਗ੍ਰਸਤੀ ਪਰਿਵਾਰਾਂ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ, ਜਿਹੜਾ ਸੱਚ ਦੇ ਰਸਤੇ 'ਤੇ ਤੁਰਦਾ ਹੈ, ਜ਼ਿੰਦਗੀ ਵਿੱਚ ਸੱਚ ਕਮਾਉਂਦਾ ਹੈ, ਉਹਨੂੰ ਬਾਣੀ ਸੁਹਾਗਣ ਆਂਦੀ ਹੈ। ਜਿਹੜਾ ਥਾਂ ਥਾਂ 'ਤੇ ਤੁਰਿਆ ਫਿਰਦਾ ਵੀ ਇੱਥੇ ਵੀ ਖੰਡੇ ਦੀ ਪੌਲ ਵੀ ਲੈ ਲਈ, ਗੁੱਗਾ ਵੀ ਪੂਜ ਲਿਆ, ਮੱਠੀ ਤੇ ਦੀਵਾ ਵੀ ਜਗਾ ਲਿਆ, ਦੇਹ ਧਾਰੀ ਬਾਬੇ ਦੇ ਪੈਰਾਂ 'ਤੇ ਮੱਥਾ ਵੀ ਟੇਕ ਲਿਆ, ਉਹ ਦੁਹਾਗਣਾ ਨੇ। ਜਿਵੇਂ ਥਾਂ ਥਾਂ 'ਤੇ ਵੇਸ਼ਵਾ ਆਪਣਾ ਤਨ ਵੇਚਦੀ ਫਿਰਦੀ ਹੈ, ਉਹਦੀ ਤਾਂ ਕੋਈ ਮਜਬੂਰੀ ਹੋ ਸਕਦੀ ਹੈ। ਇੱਥੇ ਕਈਆਂ ਦੀਆਂ ਮਜਬੂਰੀਆਂ ਵੀ ਨਹੀਂ ਹੁੰਦੀਆਂ, ਸ਼ੌਂਕ ਵਾਸਤੇ ਥਾਂ ਥਾਂ ਤੁਰੇ ਫਿਰਦੇ, ਕੋਈ ਥਾਂ ਛੱਡਣਾ ਹੀ ਨਹੀਂ। ਪਾਤਸ਼ਾਹ ਕਹਿੰਦੇ ਨੇ ਸਾਵਣ ਤਿੰਨਾਂ ਸੁਹਾਗਣੀ। ਸੌਣ ਸ਼ਬਦ ਦੀ ਵਰਤੋਂ ਕਰਕੇ ਆਉਂਦੇ ਨੇ, ਅਸਲ ਉਹ ਸੁਹਾਗਣਾ ਨੇ। ਮਹਾਰਾਜ ਕੌਣ? ਜਿਨ ਰਾਮ ਨਾਮ ਔਰ ਹਾਰ, ਜਿਨ੍ਹਾਂ ਦੇ ਗਲ ਵਿੱਚ ਰਾਮ ਨਾਮ ਦਾ ਔਰ ਹਾਰ, ਔਰ ਕਹਿੰਦੇ ਨੇ ਹਿਰਦਾ ਆਪਾਂ ਕਹਿੰਦੇ ਆ, ਵੈਸੇ ਜਿਹੜਾ ਹਾਰ ਹੁੰਦਾ ਨਾ, ਆ ਫਰਕ ਵੇਖਿਓ। ਜਿਹੜਾ ਦੁਨਿਆਵੀ ਗਹਿਣਾ ਉਹਦਾ ਹਾਰ ਗਲ 'ਚ ਪੈਂਦਾ, ਇੱਥੇ ਇਸ ਗਲ 'ਚ ਕਿਸੇ ਨੇ ਚੈਨੀ ਪਾਈ ਹੁੰਦੀ ਗਲ 'ਚ, ਕਿਸੇ ਨੇ ਹਾਰ ਪਾਇਆ ਹੁੰਦਾ ਆਪਣੇ ਗਲ 'ਚ। ਜਿਹੜਾ ਦੁਨਿਆਵੀ ਗਹਿਣਾ ਉਹਦਾ ਹਾਰ ਇਸ ਗਲ 'ਚ ਪੈਂਦਾ। ਪਰ ਇੱਥੇ ਸ਼ਬਦ ਵਰਤਿਆ ਔਰ ਕਹਿੰਦੇ ਹਿਰਦੇ ਨੂੰ। ਜਿਹੜਾ ਪਰਮੇਸ਼ਰ ਦੇ, ਆਹ ਫਰਕ ਹੈ। ਦੁਨਿਆਵੀ ਸੁਹਾਗਣ ਆਪਣੇ ਗਲ ਵਿੱਚ ਪਾਉਂਦੀ ਹੈ, ਗਹਿਣਾ ਪਾਉਂਦੀ ਹੈ, ਪਰ ਜਿਹੜੀ ਸੱਚ ਦੇ ਰਸਤੇ 'ਤੇ ਤੁਰਨ ਵਾਲੀ ਸੁਹਾਗਣ ਹੈ, ਉਹਦਾ ਗਹਿਣਾ ਬਾਹਰੋਂ ਕਈ ਵਾਰੀ ਨਹੀਂ ਦਿਸਦਾ, ਕਿਉਂਕਿ ਉਹਨੇ ਆਪਣੇ ਹਿਰਦੇ ਵਿੱਚ ਗੁਣਾਂ ਦਾ ਹਾਰ ਪਾਇਆ ਹੋਇਆ। ਨਾਨਕ, ਜਿਹੜੀ ਗੱਲ ਇਹ ਸ਼ਬਦ ਵਰਤਿਆ ਕਿੱਡਾ ਪਿਆਰਾ, ਨਾਨਕ ਹਰਿ ਜੀ ਮਇਆ ਕਰ। ਹੇ ਮਹਾਰਾਜ, ਮੇਰੇ ਤੇ ਬਖਸ਼ਿਸ਼ ਕਰੋ, ਮਇਆ ਕਰੋ, ਮੈਂ ਤੁਹਾਡੀ ਇਸ ਬਖਸ਼ਿਸ਼ ਦਾ ਪਾਤਰ ਬਣ ਸਕਾਂ। ਸ਼ਬਦ ਸਵਾਰਨ ਹਾਰ, ਸਾਵਣ ਤਿੰਨਾਂ ਸੁਹਾਗਣੀ, ਜਿਨ ਰਾਮ ਨਾਮ ਔਰ ਹਾਰ। ਔਰ ਹਾਰ ਹਿਰਦੇ ਵਿੱਚ ਸੋਹਣਾ ਜਿਹਾ ਹਾਰ ਬਣ ਗਿਆ ਗੁਣਾਂ ਦਾ। ਸਾਵਣ, ਜਿਹੜਾ ਆਰੰਭ ਵਿੱਚ ਸਾਵਣ ਆਇਆ, ਉੱਥੇ ਨਾਣੇ ਨੂੰ ਸਿਹਾਰੀ ਹੈ। ਇਹਦਾ ਅਰਥ ਹੈ ਸਾਉਣ ਮਹੀਨੇ, ਸਾਉਣ ਮਹੀਨੇ ਦਾ ਨਾਂ ਲੈ ਕੇ ਸਾਵਣ ਸ਼ਬਦ ਦੁਆਰਾ ਰਾਹੀਂ ਸਾਨੂੰ ਸਿੱਖਿਆ ਦੇ ਰਹੇ ਨੇ ਗੁਰੂ ਪਾਤਸ਼ਾਹ ਜੀ। ਜਿਹੜਾ ਅਖੀਰਲਾ ਸ਼ਬਦ ਵਰਤਿਆ ਸਾਵਣ, ਉੱਥੇ ਨਾਣੇ ਨੂੰ ਔਂਕੜ ਹੈ, ਭਾਵ ਸਾਵਣ ਸ਼ਬਦ ਦੀ ਵਰਤੋਂ ਕੀਤੀ ਇੱਥੇ। ਉੱਥੇ ਸਾਵਣ ਮਹੀਨੇ ਦੁਆਰਾ, ਯਾਨੀ ਇਹ ਨਹੀਂ ਕਹਿ ਰਹੇ ਵੀ ਸਾਉਣ ਮਹੀਨੇ 'ਚ ਇੰਝ ਕਰੋ। ਉਦਾਹਰਨ ਲੈ ਕੇ, ਜਿਵੇਂ ਆਪਾਂ ਕੱਲ੍ਹ ਕੀਤੀ ਵੀ ਕਈਆਂ ਇਲਾਕਿਆਂ 'ਚ, ਹੁਣ ਜਿਵੇਂ ਆਪਾਂ ਅਸਾੜ ਮਹੀਨੇ ਦੀ ਗੱਲ ਕੀਤੀ ਵੀ ਜੇ ਆਪਾਂ ਅਸਾੜ ਤਪੰਦਾ ਤਿਸ ਲੱਗੇ ਕਹਾਂਗੇ, ਇੱਥੇ ਹਾੜ ਦਾ ਮਹੀਨਾ ਤਪਦਾ ਹੈ। ਬਹੁਤ ਕੰਟਰੀਆਂ ਹੈਗੀਆਂ ਜਿੱਥੇ ਹਾੜ ਦਾ ਮਹੀਨਾ ਠੰਡਾ ਹੁੰਦਾ, ਉੱਥੇ ਗਰਮੀ ਸਰਦੀ ਪੈਂਦੀ ਹੈ। ਤੋ ਇੱਥੇ ਗੱਲ ਸਿਰਫ ਇੰਨੀ ਕੀਤੀ ਹੈ ਵੀ ਗੁਰੂ ਸਾਹਿਬ ਜੀ ਸਮਝਾਉਂਦੇ ਨੇ। ਫਿਰ ਇਹਦਾ ਅਰਥ ਬਾਣੀ ਸਾਰਿਆਂ ਵਾਸਤੇ ਸਾਂਝੀ ਹੋਈ ਨਾ, ਵੀ ਜਿੱਥੇ ਸਾਉਣ ਦਾ ਮਹੀਨੇ 'ਚ ਠੰਡ ਪੈ ਰਹੀ ਹੈ, ਉਹ ਕਹਿੰਦੇ ਸਾਡੇ ਆਤਰੇ ਸ਼ਬਦ ਇੱਥੇ ਢੁਕਦੇ ਹੀ ਨਹੀਂ। ਫਿਰ ਗੱਲ ਇੱਥੇ ਅੰਦਰ ਦੀ ਤਪਸ਼ਦੀ ਹੈ, ਅੰਦਰ ਦੀ ਹਰਿਆਵਲਦੀ ਹੈ। ਬਾਹਰਲੀਆਂ ਰੁੱਤਾਂ ਦਾ ਤੇ ਨਾਂ ਹੀ ਲਿਆ ਮਹਾਰਾਜ ਨੇ। ਹਜ਼ੂਰ ਫਰਮਾਉਂਦੇ ਨੇ ਸਾਵਣ ਸਰਾਸੀ ਕਾਮਣੀ। ਸਰਾਸੀ ਦਾ ਅਰਥ ਕੀ ਹੈ? ਰਸ ਨਾਲ ਭਰੀ ਹੋਈ। ਸਰਾਸੀ, ਸਾਰਸੀ ਭਾਵ ਜਿਹੜੀ ਰਸ ਨਾਲ ਭਰੀ ਹੋਈ ਹਰਿਆਵਲੀ। ਜਿਵੇਂ ਸੰਤ ਸਾਜਨ ਭਏ ਸਰਾਸੇ, ਉਹ ਵੀ ਜਾਂ ਜਿਹੜੇ ਦੇਹਧਾਰੀ ਬਾਬਿਆਂ ਨਾਲ ਜੁੜਨ ਵਾਲੇ ਆ ਨਾ, ਉਹ ਕਈ ਵਾਰੀ ਇਹ ਸੰਤ ਸਾਜਨ ਭਏ ਸਰਸੇ, ਸੰਤ ਅਤੇ ਸਾਜਨ ਸਰਸੇ ਪਏ ਨੇ, ਉਹ ਇੱਦਾਂ ਖਿੱਚ ਕੇ ਉਧਰ ਲੈ ਕੇ ਜਾਂਦੇ ਆ। ਔਰ ਬਾਬੇ ਵਾਲੇ ਬੰਨੇ ਵੀ ਜਿਹੜੇ ਹਰਿਆਣੇ ਬਾਬਾ
अजकल जेल दे विच आ सुख ना, तो ਜਿਹੜੇ ਉਹਨਾਂ ਦੇ ਚੇਲੇ ਬਾਲਕੇ ਸੀ ਉਹ ਕਈ ਵਾਰੀ ਇੱਦਾਂ ਕਰਦੇ ਵੀ ਸ਼ਾਇਦ ਬਾਣੀ 'ਚ ਇੰਝ ਲਿਖਿਆ ਵੀ ਸੰਤ ਦੇਖੋ ਗੁਰੂ ਸਾਹਿਬ ਵੀ ਲੈ ਗਏ ਸੰਤ ਸਾਜਨ ਭੈ ਸਰਸੇ। ਅੱਛਾ ਇਹ ਤਾਂ ਸਰਸਾ ਹੋ ਗਿਆ, ਤੇ ਇੱਥੇ ਸਰਸੀ ਸ਼ਬਦ ਵਰਤਿਆ। ਇਹ ਸਰਸੀ ਕਿੱਥੋਂ ਲੱਭੋਗੇ? ਜੇ ਸਰਸਾ ਤੇ ਸਰਸੀ ਵੀ ਲੱਭੋ ਕੋਈ, ਪਰ ਕੱਲ੍ਹ ਨੂੰ ਕੋਈ ਲੱਭ ਸਕਦਾ ਵੀ ਸਰਸੀ ਵੀ ਹੈਗੀ ਹੈ ਜੀ। ਉਹ ਭਲਿਓ ਇਹ ਜਿਹੜੇ ਸੰਤ ਸਾਜਨ ਭੈ ਸਰਸ ਆ, ਨਾਲੇ ਆ ਤੇ ਕੱਲ੍ਹ ਪੈਦਾ ਹੋਏ ਬਾਬੇ, ਇਹ ਤਾਂ ਰਾਧਾ ਸੁਆਮੀ ਜੋ ਨਿਕਲੀ ਹੋਈ ਬ੍ਰਾਂਚ ਆ ਜਿਹੜੇ ਸੌਦੇ ਵਾਲੇ ਨੇ। ਇਹ ਤਾਂ ਗੁਰੂ ਅਮਰਦਾਸ ਜੀ ਕਿੰਨੀ ਦੇਰ ਪਹਿਲਾਂ ਲਿਖ ਗਏ ਸੰਤ ਸਾਜਨ ਭੈ ਸਰਸੇ, ਜਾਂ ਗੁਰੂ ਅਰਜਨ ਸਾਹਿਬ ਜੀ ਕਿੰਨੀ ਦੇਰ ਪਹਿਲਾਂ ਗੱਲਾਂ ਲੈ ਕੇ। ਇਹ ਇਹਨਾਂ ਦੇਹਧਾਰੀ ਬਾਬਿਆਂ ਵਿੱਚ, ਜਿਵੇਂ ਦੇਹਧਾਰੀ ਬਾਬੇ ਨੇ ਸੰਤ ਸ਼ਬਦ ਆਪਣੇ ਵਾਸਤੇ ਵਰਤੀ ਜਾਂਦੇ, ਇਹ ਆਪਣੇ ਵਾਸਤੇ ਵਰਤੀ ਜਾਂਦੇ। ਉਹ ਸੋਚਦੇ ਜਿਵੇਂ ਮਹਾਰਾਜ ਇੱਦਾਂ ਨਾ ਸਾਡੇ ਵਾਸਤੇ ਲਿਖ ਕੇ ਗਏ ਆ, ਮਹਾਰਾਜ ਪਹਿਲਾਂ ਹੀ ਗੱਲਾਂ ਕਰ ਗਏ ਸਾਡੇ ਬਾਰੇ, ਤੋ ਇਹ ਉਹਨਾਂ ਵਾਸਤੇ ਨਹੀਂ ਆਇਆ। ਸਾਧ ਸੰਗਤ ਜੀ ਸਰਸ ਦਾ ਅਰਥ ਰਸ ਨਾਲ ਭਰੇ ਹੋਏ। ਇੱਥੇ ਸਾਹਿਬ ਜੀ ਕਹਿੰਦੇ ਨੇ ਸਾਵਣ ਸਰਸੀ ਕਾਮਣੀ, ਸਾਵਣ ਮਹੀਨੇ ਦੁਆਰਾ ਇਹ ਸਿੱਖਿਆ ਦੇ ਰਹੇ ਨੇ। ਸਰਸੀ ਕਾਮਣੀ ਰਸ ਨਾਲ ਭਰੀ ਹੋਈ, ਹਰੀ ਭਰੀ ਹੋਈ ਉਹ ਜੀਵ ਇਸਤਰੀ ਹੈ। ਕਿਹੜੀ? ਚਰਨ ਕਮਲ ਸਿਓ ਪਾਰ, ਜਿਹਦਾ ਪਿਆਰ ਚਰਨ ਕਮਲਾਂ ਨਾਲ ਹੈ। ਚਰਨ ਕਮਲ, ਚਰਨ ਕਮਲ ਕੀ ਹੈ? ਸ਼ਬਦ ਸਿੱਖਿਆ, ਥੱਲੇ ਸ਼ਬਦ ਸਵਾਰਨਹਾਰ ਕਹਿਤਾ, ਉੱਤੇ ਚਰਨ ਕਮਲ ਕਹਿਤਾ। ਥੱਲੇ ਸ਼ਬਦ ਕਿਹਾ, ਉੱਤੇ ਚਰਨ ਕਮਲ ਕਿਹਾ, ਕਿਉਂਕਿ ਚਰਨ ਹੀ ਗੁਰੂ ਦੇ ਪਰਮੇਸ਼ਰ ਦੇ, ਜਿਹੜਾ ਸ਼ਬਦ ਹੀ ਗੁਰੂ ਦੇ ਚਰਨ ਹਨ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਚਰਨ ਕਮਲ ਸਿਉ ਪਿਆਰ, ਜਿਹਦਾ ਚਰਨ ਕਮਲਾਂ ਨਾਲ ਪਿਆਰ, ਜਿਹੜਾ ਸ਼ਬਦ ਨਾਲ ਪਿਆਰ ਪੈ ਗਿਆ ਉਹ ਹਮੇਸ਼ਾ ਹੀ ਹਰੀ ਰਹਿੰਦੀ ਆ। ਦੁਨਿਆਵੀ ਬਨਸਪਤੀ ਤੇ ਸਾਉਣ ਦੇ ਮਹੀਨੇ 'ਚ ਹਰੀ ਰਹਿੰਦੀ ਆ ਨਾ, ਜਿਹਦਾ ਚਰਨ ਕਮਲਾਂ ਨਾਲ ਪਿਆਰ ਹੋਵੇ ਹਮੇਸ਼ਾ ਹੀ ਹਰੀ ਭਰੀ ਰਹਿੰਦੀ। ਉਹ ਤਾਂ ਉਹਦੇ 'ਤੇ ਪੱਤ ਝੜ ਕਦੀ ਆਉਂਦੀ ਨਹੀਂ। ਆਹ ਫਰਕ ਹੈ। ਇਹ ਗੱਲ ਦਾ ਹੋਰ ਖਿਆਲ ਰੱਖਣਾ ਸਾਧ ਸੰਗਤ, ਜਦੋਂ ਅਸੀਂ ਮਲਾਰ ਕੀ ਵਾਰ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦੀ, ਮਲਾਰ ਕੀ ਵਾਰ ਵਿੱਚ, ਮਲਾਰ ਕੀ ਵਾਰ ਗੁਰੂ ਨਾਨਕ ਸਾਹਿਬ ਦੀ, ਉਹਦੀ 2 ਨੰਬਰ ਪੌੜੀ ਦੇ ਨਾਲ ਜਦੋਂ ਅਸੀਂ ਪਾਠ ਕਰਦੇ ਹਾਂ 1279 ਨੰਬਰ ਅੰਕ 'ਤੇ ਹੈ 2 ਸ਼ਲੋਕ ਇਕੱਠੇ, ਉੱਥੇ ਵੀ ਸਾਵਣ ਸ਼ਬਦ ਵਰਤੇ ਹੈ। ਜਦੋਂ ਸਾਉਣ ਦੇ ਮਹੀਨੇ ਵਿੱਚ ਵਰਖਾ ਹੁੰਦੀ ਹੈ ਨਾ, ਉੱਥੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ 4 ਜਾਣਿਆਂ ਨੂੰ ਖੁਸ਼ੀ ਹੁੰਦੀ ਹੈ। ਜਦੋਂ ਸਾਉਣ ਦੇ ਮਹੀਨੇ 'ਚ ਮੀਂਹ ਪੈਂਦਾ 4 ਜਾਣਿਆਂ ਨੂੰ ਖੁਸ਼ੀ ਹੁੰਦੀ ਹੈ। ਉਹ ਕਿਹੜਾ ਕਿਹੜਾ? ਪਾਤਸ਼ਾਹ ਕਹਿੰਦੇ ਨੇ ਨਾਨਕ ਸਾਵਣ ਜੇ ਵਸੈ, ਹੇ ਨਾਨਕ ਸਾਵਣ ਜੇ ਵਸੈ, ਜਦੋਂ ਸਾਉਣ ਦੇ ਮਹੀਨੇ 'ਚ ਮੀਂਹ ਪੈਂਦਾ, ਚੌਂ ਉਮਾਹਾ ਹੋਏ, ਚੌਂ ਨੂੰ ਉਮਾਹਾ ਹੁੰਦਾ, ਖੁਸ਼ੀ ਹੁੰਦੀ ਹੈ। ਕਿਹਨਾਂ ਕਿਹਨਾਂ ਨੂੰ? ਪਾਤਸ਼ਾਹ ਕਹਿੰਦੇ ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ ਘਰ ਤਨ ਹੋਏ। ਇਹ 4 ਜਾਣਿਆਂ ਨੂੰ ਅੱਤ ਦੀ ਖੁਸ਼ੀ ਹੁੰਦੀ ਜਦੋਂ ਮੀਂਹ ਪੈਂਦਾ। ਨਾਗਾਂ, ਸਭ ਤੋਂ ਪਹਿਲਾਂ ਸੱਪ ਨੂੰ ਬੜੀ ਖੁਸ਼ੀ ਹੁੰਦੀ ਮੀਂਹ ਪੈਣ ਨਾਲ। ਕਿਉਂ? ਕਿਉਂਕਿ ਜਦੋਂ ਵਾਢੀ ਦਾ ਸਮਾਂ, ਕਣਕ ਵੱਢੀ ਗਈ ਹੁੰਦੀ ਹੈ, ਧਰਤੀ ਸੁੱਕੀ ਹੁੰਦੀ ਹੈ, ਮੀਂਹ ਨਹੀਂ ਪੈਂਦਾ, ਧਰਤੀ ਸੁੱਕੀ ਹੋਣ ਕਰਕੇ ਸੱਪ ਜ਼ਹਿਰ ਨਾਲ ਭਰਿਆ, ਥਾਂ ਨਹੀਂ ਲੱਭਦੀ ਬਹਿਣ ਨੂੰ ਕਿਤੇ, ਉਹਨੂੰ ਖਾਣ ਲਈ ਖੁਰਾਕ ਨਹੀਂ ਹੁੰਦੀ, ਭੁੱਖੇ ਮਰਦੇ ਫਿਰਦੇ ਸੱਪ। ਜਦੋਂ ਮੀਂਹ ਪੈਂਦਾ ਇੱਕਦਮ ਧਰਤੀ ਠੰਡੀ ਹੁੰਦੀ ਆ। ਜਿੰਨੀਆਂ ਖੁੱਡਾਂ ਰੋਡਾਂ ਵੇਖਦੇ ਹੋ ਤੁਸੀਂ, ਇਹ ਚੂਹੇ ਨੇ ਬਣਾਈਆਂ ਹੁੰਦੀਆਂ। ਸੱਪ ਤੇ ਖੁੱਡ ਰੋਡ ਪੱਟ ਹੀ ਨਹੀਂ ਸਕਦਾ, ਉਹਦੇ ਕੋਲ ਤਾਂ ਸਾਧਨ ਹੀ ਕੋਈ ਨਹੀਂ ਹੈਗਾ। ਉਹ ਜਦੋਂ ਵਰਖਾ ਹੁੰਦੀ ਹੈ, ਇੱਕ ਤਾਂ ਉਹਨੂੰ ਖੁਰਾਕ ਮਿਲਦੀ ਖਾਣ ਲਈ, ਕਿੰਨੀਆਂ ਡੱਡੀਆਂ ਮੱਛੀਆਂ ਖਾਣ ਲਈ ਮਿਲਦੀਆਂ ਨੇ, ਕਿੰਨੇ ਗਡੋਏ ਖਾਣ ਲਈ ਮਿਲਦੇ ਨੇ, ਕਿੰਨੇ ਉਹਨੂੰ ਚੂਹੇ ਖਾਣ ਲਈ ਮਿਲਦੇ ਨੇ। ਫਿਰ ਉਹਨੂੰ ਬਣਿਆ ਬਣਾਤਾ ਘਰ ਵੀ ਮਿਲ ਜਾਂਦਾ। ਫਿਰ ਉਹਨੂੰ ਇੱਕ ਧਰਤੀ ਠੰਡੀ ਹੁੰਦੀ ਹੈ, ਇੱਕ ਅੰਦਰ ਜ਼ਹਿਰ ਨਾਲ ਕਲਪਿਆ ਪਿਆ ਹੁੰਦਾ, ਸੜਿਆ ਪਿਆ ਹੁੰਦਾ, ਅੰਦਰ ਦੀ ਜ਼ਹਿਰ ਨੂੰ ਮਾੜੀ ਜਿਹੀ ਰਾਹਤ ਮਿਲਦੀ ਹੈ ਜਦੋਂ ਮਾੜੀ ਜਿਹੀ ਧਰਤੀ ਠੰਡੀ ਹੁੰਦੀ ਹੈ। ਨਾਗਾਂ, ਦੂਜੀ ਖੁਸ਼ੀ ਹੁੰਦੀ ਹੈ ਨਾਗਾਂ, ਮਿਰਗਾਂ, ਮਿਰਗਾਂ ਮੈਨੂੰ ਹਿਰਨ ਪਾਣੀ ਦਾ ਪਿਆਸਾ ਹੁੰਦਾ, ਭੱਜਾ ਫਿਰਦਾ ਥਾਂ ਥਾਂ 'ਤੇ, ਫਿਰ ਉਹਨੂੰ ਉਹਦੀ ਥੋੜ੍ਹੀ ਜਿਹੀ ਸਫ਼ਰ ਘੱਟ ਜਾਂਦਾ, ਉਹਨੂੰ ਪਾਣੀ ਥਾਂ ਥਾਂ 'ਤੇ ਮਿਲ ਜਾਂਦਾ। ਫਿਰ ਦੂਰ ਨਹੀਂ ਜਾਣ ਦੀ ਲੋੜ ਪੈਂਦੀ, ਉਹਨੂੰ ਭੱਜਦਾ ਨਹੀਂ, ਫਿਰ ਉਹਨੂੰ ਪਾਣੀ ਮਿਲ ਜਾਂਦਾ, ਉਹਦੀ ਪਿਆਸ ਮੁੱਕ ਜਾਂਦੀ ਹੈ। ਫਿਰ ਨਾਗਾਂ, ਮਿਰਗਾਂ, ਮੱਛੀਆਂ, ਹੁਣ ਮੱਛੀ ਨੂੰ ਪਾਣੀ ਚਾਹੀਦਾ, ਪਾਣੀ ਥੋੜ੍ਹਾ ਹੁੰਦਾ, ਥੋੜ੍ਹਾ ਪਾਣੀ ਹੋਣ ਕਰਕੇ ਧਰਤੀ ਨਾਲ ਜਦੋਂ ਸੂਰਜ ਨਾਲ ਤਪਸ਼ ਪੈਂਦੀ ਹੈ, ਪਾਣੀ ਸੜਦਾ ਹੈ, ਤੱਤਾ ਹੋ ਜਾਂਦਾ, ਮੱਛੀਆਂ ਦਾ ਰਹਿਣਾ ਵੀ ਮੁਸ਼ਕਿਲ ਹੁੰਦਾ। ਜਦੋਂ ਪਾਣੀ ਮੀਂਹ ਪੈਂਦਾ ਫਿਰ ਟੋਭੇ ਭਰ ਜਾਂਦੇ ਆ, ਛੱਪੜ ਭਰ ਜਾਂਦੇ ਆ, ਕਿਨਾ ਪਾਣੀ ਨਦੀਆਂ ਨਾਲਿਆਂ ਦਰਿਆਵਾਂ 'ਚ ਵਾਧੂ ਹੋ ਜਾਂਦਾ। ਫਿਰ ਮੱਛੀਆਂ ਨੂੰ ਰਾਹਤ ਮਿਲਦੀ ਹੈ, ਕਿਉਂਕਿ ਉਹ 'ਚ ਜ਼ਿਆਦਾ ਪਾਣੀ ਹੋਵੇ ਤਾਂ ਤਾਰੀਆਂ ਮਾਰਦੀਆਂ। ਫਿਰ ਨਾਗਾਂ, ਸੱਪ, ਮਿਰਗਾਂ, ਹਿਰਨ, ਮੱਛੀਆਂ, ਤੇ ਚੌਥਾ ਆ ਗਿਆ ਰਸੀਆਂ ਘਰ ਧਨ ਹੋਏ। ਰਸੀਏ ਮੀਨਿੰਗ ਸਮਝੇ, ਜਿੰਨਾ ਘਰ ਜਿਹੜੇ ਚਸਕਿਆਂ ਵਾਲੇ ਹੁੰਦੇ, ਵੇਖੇ ਜਦੋਂ ਮੀਂਹ ਪੈਂਦਾ ਉਹ ਕਹਿਣਗੇ, ਹੁਣ ਜਿਹੜੇ ਪੀਣ ਵਾਲੇ ਕੀ ਕਹਿੰਦੇ ਆ, ਤੁਸੀਂ ਵੇਖੋ ਜਦੋਂ ਮਾੜਾ ਜਿਹਾ ਮੀਂਹ ਪਵੇ ਕਿੱਦਾਂ ਠੇਕਿਆਂ ਦੇ ਬਾਹਰ ਲੈਣਾ ਲੱਗੀਆਂ ਹੁੰਦੀਆਂ। ਜਿਹੜੇ ਦਰਮਿਆਨੇ ਬੰਦੇ ਵਿਚਾਰੇ ਲੈਣਾ 'ਚ ਅਲੱਗ-ਅਲੱਗ ਠੇਕਿਆਂ ਤੋਂ ਲੈ ਆਉਂਦੇ ਆ, ਜਿਹੜੇ ਵੱਡੇ ਉਹਨਾਂ 12 ਬਣਾਈਆਂ ਹੁੰਦੀਆਂ ਘਰ, ਕਹਿੰਦੇ ਅੱਜ ਫਿਰ ਬਹਾਨਾ ਬਣਾਉਂਦੇ, ਅੱਜ ਮੀਂਹ ਪਿਆ, ਅੱਜ ਇੱਦਾਂ ਪੂੜੇ ਕੱਢੋ, ਅੱਜ ਖੀਰ ਬਣਾਓ, ਅੱਜ ਰਸੀਏ
ਚਸਕੇ ਲਾਉਣ ਵਾਲੇ ਫਿਰ ਉਹਨਾਂ ਨੂੰ ਤਾਂ ਚਾਹ ਚੜ੍ਹਦਾ ਵੀ ਮੀਂਹ ਪਵੇ ਅੱਜ ਤੇ ਗੱਲ ਬਣ ਗਈ, ਅੱਜ ਖਾਵਾਂਗੇ ਕੁਝ, ਅੱਜ ਗਰਮੀ ਨਾਲ ਮਰੇ ਪਏ ਸੀ, ਅੱਜ ਇੱਦਾਂ ਉਹ ਚਸਕੇ ਲਾਉਂਦੇ ਆ। ਫਿਰ ਰੱਸੀਆਂ, ਰਸ ਮਾਣਨ ਵਾਲੇ, ਫਿਰ ਮਿੱਠਾ ਖਾਣ ਵਾਲੇ ਮਿੱਠੇ ਦਾ ਰਸ ਮਾਣਦੇ ਆ। ਉਹ ਬਹਾਨਾ ਬਣਾਉਂਦੇ ਵੀ ਅੱਜ ਮਿੱਠਾ ਮੀਂਹ ਪਿਆ, ਅੱਜ ਖਾਈਏ। ਉਹਨਾਂ ਨੂੰ ਮੀਂਹ ਚੰਗਾ ਲੱਗਦਾ ਵੀ ਕਿਤੇ ਗਰਮੀ ਹੋਵੇ ਤਾਂ ਖਾਣ ਨੂੰ ਵੀ ਦਿਲ ਨਹੀਂ ਕਰਦਾ, ਪੀਣ ਨੂੰ ਵੀ ਕੁਝ ਦਿਲ ਨਹੀਂ ਕਰਦਾ। ਪੀਣ ਵਾਲੇ ਫਿਰ ਬਹਾਨੇ ਲੱਭਦੇ ਆ। 4 ਗੱਲਾਂ ਹੋ ਗਈਆਂ ਨਾ। ਉਹਨਾਂ 'ਚ ਇੱਕ ਥਾਂ 'ਤੇ ਮਨੁੱਖ ਦੀ ਗੱਲ ਆਈ, ਬਾਕੀ ਤੇ ਸੱਪ ਦੀ ਗੱਲ ਆ ਗਈ, ਹਿਰਨ ਦੀ ਗੱਲ ਆ ਗਈ, ਮੱਛੀ ਦੀ ਗੱਲ ਆ ਗਈ। ਇੱਕ ਥਾਂ ਮਨੁੱਖ ਦੀ ਗੱਲ ਆ ਵੀ ਰੱਸੀਆਂ ਘਰ ਧਨ ਹੋਏ। ਇਹ ਤਾਂ ਹੋ ਗਈ ਸਾਉਣ ਦੇ ਮਹੀਨੇ ਦੀ ਵਰਖਾ, ਇਹਨਾਂ ਚੌਂ ਨੂੰ ਖੁਸ਼ੀ। ਤੇ ਗੁਰੂ ਨਾਨਕ ਸਾਹਿਬ ਅਗਲੇ ਸ਼ਲੋਕ ਚਾਹੁੰਦੇ ਚੌਂ ਨੂੰ ਤਕਲੀਫ ਵੀ ਹੁੰਦੀ ਜੇ ਮੀਂਹ ਪੈਣ ਨਾਲ। ਜੇ ਚੌਂ ਨੂੰ ਖੁਸ਼ੀ ਹੋਈ ਤਾਂ ਚੌਂ ਨੂੰ ਤਕਲੀਫ ਵੀ ਬੜੀ ਹੁੰਦੀ ਜੀ। ਉਹ ਚੌਂ ਨੂੰ ਤਕਲੀਫ ਕਿਹਨੂੰ ਹੁੰਦੀ ਭਲਾ? ਨਾਨਕ ਸਾਵਣ ਜੇ ਵਸੈ ਚੌਂ ਵਿਛੋੜਾ ਹੋਏ। ਚੌਂ ਨੂੰ ਵਿਛੋੜਾ, ਬੜੇ ਦੁਖੀ ਹੁੰਦੇ ਵਿਚਾਰੇ, ਬਹੁਤ ਜ਼ਿਆਦਾ ਕਲਪਦੇ ਆ, ਦੁਖੀ ਹੁੰਦੇ ਆ। ਕਿਹੜੇ? ਗਾਈ ਪੁੱਤਾਂ। ਸਭ ਤੋਂ ਪਹਿਲੀ ਤਕਲੀਫ ਹੁੰਦੀ ਗਾਂ ਦੇ ਪੁੱਤ ਨੂੰ, ਬਲਦ ਨੂੰ। ਗਾਈ ਪੁੱਤਾਂ ਨਿਰਧਨਾ। ਦੂਜੀ ਤਕਲੀਫ ਹੁੰਦੀ ਹੈ ਨਿਰਧਨ ਨੂੰ। ਪੰਥੀ, ਰਾਹ 'ਤੇ ਜਾਣ ਵਾਲੇ, ਸਫ਼ਰ ਕਰਨ ਵਾਲੇ। ਚਾਕਰ ਹੋਏ। 1279 ਨੰਬਰ ਅੰਕ 'ਤੇ ਸਾਧ ਸੰਗਤ ਜੀ ਇਹ 2 ਸ਼ਲੋਕ ਨੇ, ਪੜ੍ਹ ਲਿਓ ਇੱਕ ਵਾਰੀ ਆਪ, ਹੁਣ ਸੁਣਿਓ ਧਿਆਨ ਨਾਲ। ਸਭ ਤੋਂ ਪਹਿਲਾਂ ਬਲਦ ਨੂੰ ਕਾਹਦੀ ਤਕਲੀਫ ਹੋਈ ਭਲਾ ਮੀਂਹ ਪੈਣ ਨਾਲ? ਉਹ ਵੀ ਤਾਂ ਜਨਵਰੀ ਹੈ। ਬਲਦ ਨੂੰ ਕਾਹਦੀ ਤਕਲੀਫ ਹੋਈ ਭਲਾ? ਕਿੰਨੇ ਬਰੀਕੀ ਨਾਲ ਗੁਰੂ ਨਾਨਕ ਸਾਹਿਬ ਨੇ ਚੀਜ਼ਾਂ ਵੇਖੀਆਂ ਹੋਣਗੀਆਂ। ਤੇ ਇਹਦਾ ਕਲਮ ਫੜ ਕੇ ਕਿੰਨਾ ਸੋਹਣਾ ਉਪਦੇਸ਼ ਦਿੱਤਾ ਇਹਦੇ ਵਿੱਚੋਂ। ਹੁਣ ਆਪਾਂ ਕਹਿੰਦੇ ਮਨੁੱਖ ਨੂੰ ਸਮਝਾਉਣ ਵਾਸਤੇ ਹਿਰਨ ਦੀ ਉਦਾਹਰਨ ਦੇ ਦਿੱਤੀ, ਸੱਪ ਦੀ ਗੱਲ ਕਰਤੀ, ਮੱਛੀ ਦੀ ਗੱਲ ਕਰਤੀ। ਤੇ ਇੱਥੇ ਗੁਰਦੇਵ ਪਹਿਲੇ ਥਾਂ 'ਤੇ ਗਾਈ ਪੁੱਤਾਂ। ਬਲਦ ਨੂੰ ਕਾਹਦੀ ਤਕਲੀਫ ਭਲਾ? ਸੁਣਿਓ ਹੁਣ ਬਲਦ ਨੂੰ ਕਾਹਦੀ ਤਕਲੀਫ ਹੈ। ਜਿਨ੍ਹਾਂ ਹੱਥੀਂ ਵਾਹੀ ਕੀਤੀ ਹੈ, ਜਿਨ੍ਹਾਂ ਨੂੰ ਵਾਹੀ ਦੇ ਬਾਰੇ, ਖੇਤੀਬਾੜੀ ਬਾਰੇ ਨੌਲੇਜ ਹੈ, ਕੋਈ ਉਹਨੂੰ ਪਤਾ ਹੋਏਗਾ ਵੀ ਜਦੋਂ ਕਣਕ ਦਾ ਸੀਜ਼ਨ ਆਉਂਦਾ ਹੈ, ਕਣਕ ਕੱਟੀ ਜਾਂਦੀ ਹੈ, ਵੱਢੀ ਜਾਂਦੀ ਹੈ, ਵੱਢ ਜ਼ਮੀਨ ਵਿਹਲੀ ਹੋ ਜਾਂਦੀ ਹੈ। ਹੁਣ ਤਾਂ ਟਿਊਬਵੈੱਲ ਹੈਗੇ ਨੇ, ਹੁਣ ਤਾਂ ਪਾਣੀ ਧਰਤੀ 'ਚੋਂ ਕੱਢਣ ਦੇ ਬੜੇ ਸਾਧਨ ਹੈਗੇ ਨੇ। ਪਹਿਲਾਂ ਕਿੱਥੇ ਸੀ? ਟਾਵੇਂ ਟਿਊਬ, ਆਪਣੇ ਖੂਹ ਸੀ ਬਲਦਾਂ ਦੇ ਨਾਲ, ਜਿਹਨੂੰ ਆਪਾਂ ਹੱਟਾ 6 ਟਿੰਡਾਂ ਵਾਲੇ ਖੂਹ ਵੀ ਕਹਿੰਦੇ ਸੀ, ਹਲਟਾਂ ਵਾਲੇ ਖੂਹ। ਜਿਵੇਂ ਛਾਟਾ ਜਿਹੜਾ ਉੱਥੇ ਵੀ ਉਹਦਾ ਨਾਂ ਹੀ ਇੱਥੋਂ ਪ੍ਰਚਲ ਸੀ, 6 ਹਲਟਾ। ਤੋ ਇਹ ਪੁਰਾਣੇ ਸਮੇਂ 'ਚ ਟਿੰਡਾਂ ਵਾਲੇ ਖੂਹ ਆਮ ਹੁੰਦੇ ਸੀ ਧਰਤੀ 'ਚੋਂ ਪਾਣੀ ਕੱਢਣ ਵਾਸਤੇ। ਹੁਣ ਮੰਨ ਲਓ ਵੀ ਵਰਖਾ ਕਾਫੀ ਦੇਰ ਹੋ ਗਈ ਨਹੀਂ ਪਈ, ਬਲਦ ਨੂੰ ਜਿੰਨੀ ਕੁ ਸੇਵਾ ਕਿਸਾਨ ਕੋ ਹੈਗਾ ਸੀ ਸਾਧਨ, ਉਹਨੇ ਉਹਦੀ ਸੇਵਾ ਕਰ ਛੱਡੀ। ਪਰ ਜਦੋਂ ਕਿਤੇ ਮੀਂਹ ਪਿਆ, ਮੰਨ ਲਓ ਅੱਜ ਮੀਂਹ ਪਿਆ, ਧਰਤੀ ਗਿੱਲੀ ਹੋ ਗਈ ਆ, ਤੇ ਕਿਸਾਨ ਨੂੰ ਪਤਾ ਵੀ ਪਰਸੋਂ ਹੁਣ ਪੈਲੀ ਮੇਰੀ ਵੱਤਰ ਆ ਜਾਣੀ, ਮੈਂ ਵਾਹੁਣੀ ਆ। ਉਹ ਫਿਰ ਬਲਦ ਨੂੰ ਤੜਕੇ ਉੱਠ ਕੇ ਨਾ 3 ਵਜੇ ਉਹਦੀ ਖੁਰਲੀ 'ਚ ਪੱਠੇ ਪਾਉਂਦਾ। 3 ਵਜੇ ਕਈ ਵਾਰੀ ਰਾਤ ਹੀ ਭਰ ਕੇ ਖੁਰਲੀ ਸੌਂਦਾ। ਬੜਾ ਖੁਸ਼ ਆ ਬਲਦ ਵੀ ਅੱਜ ਬੜੀ ਸੇਵਾ ਹੋ ਰਹੀ ਮੇਰੀ। ਉਹਨੂੰ ਇਹ ਨਹੀਂ ਪਤਾ ਕਿ ਜਿਹੜੀ ਮੇਰੀ ਸੇਵਾ ਹੋ ਰਹੀ ਹੈ ਨਾ, ਬਸ ਥੋੜ੍ਹੇ ਟਾਈਮ ਬਾਅਦ ਮੇਰੇ ਮੋਢੇ 'ਤੇ ਪਜਾਲੀ ਆ ਜਾਣੀ। 4:30 ਵਜੇ ਕਈ ਕਿਸਾਨ ਐਡੇ ਉਦਮੀ ਹੁੰਦੇ ਸੀ, 4 ਵਜੇ ਵੀ ਹਲ ਜੋ ਲੈਂਦੇ ਸੀ। ਅਤੇ ਜਿੰਨੀ ਦੇਰ ਤੱਕ ਪਿੰਡ ਨੇ ਉੱਠਣਾ ਅਤੇ ਕਿਸਾਨ ਨੇ 1 ਏਕੜ ਪੈਲੀ ਵਾਹੀ ਹੁੰਦੀ ਸੀ। ਹੁਣ ਬਲਦ ਨੂੰ ਤਕਲੀਫ ਹੋਈ ਮੀਂਹ ਪੈਣ ਦੀ, ਕਹਿੰਦਾ ਕਿੰਨੀਆਂ ਵਿਹਲੀਆਂ ਖਾਧੀਆਂ ਸੀ, ਨਾ ਮੀਂਹ ਪੈਂਦਾ ਅਤੇ ਨਾ ਮੇਰੇ ਮੋਢੇ 'ਤੇ ਪਜਾਲੀ ਆਉਂਦੀ। ਗਾਈ ਪੁੱਤਾਂ, ਬਲਦ ਨੂੰ ਤਕਲੀਫ ਇਸ ਕਰਕੇ ਹੋਈ ਵੀ ਕੰਮ ਕਰਨਾ ਪੈਣਾ, ਹੁਣ ਮੀਂਹ ਪੈ ਗਿਆ, ਧਰਤੀ ਗਿੱਲੀ ਹੋ ਗਈ ਆ, ਇਸ ਕਰਕੇ ਉਹਨੂੰ ਸਾਉਣ ਦੇ ਮਹੀਨੇ ਦੀ ਵਰਖਾ ਚੰਗੀ ਨਹੀਂ ਲੱਗਦੀ। ਗਾਈ ਪੁੱਤਾਂ ਨਿਰਧਨਾ। ਹੁਣ ਜਿਸ ਵਿਚਾਰੇ ਕੋਲ ਪੈਸੇ ਹੈ ਨਹੀਂ, ਜਿਹਨੇ ਪਤਾ ਵੀ ਜਿਹੜਾ ਕਮਾਉਣਾ ਉਹੋ ਹੀ ਖਾਣਾ, ਉਹ ਥੋੜ੍ਹਾ ਚਾਹੁੰਦਾ ਵੀ ਮੀਂਹ ਪਵੇ। ਪਤਾ ਰਿਕਸ਼ੇ ਵਾਲੇ ਨੂੰ ਵੀ ਇਹੋ ਜੇ 4 ਸਵਾਰੀਆਂ ਨਾਲ ਬੈਠੀਆਂ, ਮੈਂ ਸ਼ਾਮ ਨੂੰ ਮੇਰੇ ਚੁੱਲ੍ਹੇ 'ਚ ਚਾਹ ਕਿੱਦਾਂ ਬਲਣੀ ਹੈ। ਦਿਹਾੜੀਦਾਰ ਨੂੰ ਪਤਾ ਵੀ ਮੇਰੇ ਘਰ ਰੋਟੀ ਕਿੱਦਾਂ ਪੱਕਣੀ ਹੈ, ਉਹਨੂੰ ਵਿਚਾਰੇ ਨੂੰ ਮੀਂਹ ਚੰਗਾ ਥੋੜ੍ਹਾ ਲੱਗਦਾ। ਇਹ ਤਾਂ ਰੱਸੀਆਂ ਨੂੰ ਚੰਗਾ ਲੱਗਦਾ ਵੀ ਹਫ਼ਤਾ ਝੜੀ ਲੱਗੀ ਰਹੇ, ਪੈਸੇ ਹੈਗੇ ਨੇ, ਰੋਜ਼ ਪੀਵਾਂਗੇ, ਖਾਵਾਂਗੇ, ਬਣਾ ਕੇ ਤਰ੍ਹਾਂ ਦੇ ਪਦਾਰਥ, ਕਦੀ ਖੀਰੇ ਬਣਾ ਲਓ, ਕਦੀ ਪੂੜੇ ਬਣਾ ਲਓ, ਕਦੀ ਮਾਲ ਪੂੜੇ ਬਣਾ ਲਓ, ਖਾਂਦੇ ਨੇ। ਕਈ ਜਲੇਬੀਆਂ ਬਣਾ ਕੇ ਘਰ ਖਾਂਦੇ ਨੇ ਸ਼ੌਂਕ ਦੇ ਨਾਲ ਵੀ ਮੀਂਹ ਪਿਆ ਜੀ ਅੱਜ ਬਹਾਨੇ ਨਾ ਖਾਓ ਕੁਝ। ਕਦੀ ਕੋਈ ਨਾ ਕੋਈ ਸਮਾਨ ਬਣਾ ਕੇ ਰੱਸੀਏ ਜਿਹਨਾਂ ਕੋਲ ਹੈਗਾ ਕੁਝ। ਹੁਣ ਜਿਹੜਾ ਦਿਹਾੜੀਦਾਰ ਬੰਦਾ ਉਹ ਵਿਚਾਰਾ ਕਿੱਥੋਂ ਖਾ ਲੂ? ਉਹਨੂੰ ਤਾਂ ਟੈਨਸ਼ਨ ਹੈ ਵੀ ਜੇ ਦਿਹਾੜੀ ਨਾ ਕਰਕੇ ਗਿਆ, ਮੈਂ ਰਿਕਸ਼ੇ 'ਤੇ ਨਾ ਗਿਆ, ਮੈਂ ਕਿੱਦਾਂ ਆਪਣੇ ਬੱਚੇ ਪਾਲਣੇ ਨੇ। ਰੱਸੀਆਂ ਘਰ ਧਨ ਹੋਏ। ਨਿਰਧਨ, ਹੁਣ ਜਿਹੜਾ ਬੰਦਾ ਜੁੱਤੀ ਗੰਢਦਾ ਉਹਨੂੰ ਪਤਾ ਜੇ ਲੋਕ ਆਉਣਗੇ ਨਹੀਂ, ਜੇ ਮੇਰੇ ਕੋਲ ਕੋਈ ਜੁੱਤੀ ਗੰਢਾਉਣਾ ਹੈ, ਮੈਂ ਸ਼ਾਮ ਨੂੰ ਰੋਟੀ ਕਿੱਥੋਂ ਖਾਣੀ ਹੈ। ਰਿਕਸ਼ੇ ਵਾਲਾ ਵਿਚਾਰਾ ਨੂੰ ਪਤਾ ਜੇ 4 ਸਵਾਰੀਆਂ ਨਾਲ ਬੈਠੀਆਂ, ਮੈਂ ਸ਼ਾਮ ਨੂੰ ਰੋਟੀ ਕਿੱਦਾਂ ਖਾਵਾਂਗਾ।
ਅੱਜ ਨਹੀਂ ਪਿਆ, ਕੱਲ ਨਹੀਂ ਪਿਆ। ਮੈਂ ਤਾਂ ਉਹੀ ਬਹੁਤ ਦੁਨੀਆ ਤੇ ਬੰਦੇ ਨੇ ਜਿਹੜੇ ਸਵੇਰੇ ਘਰੋਂ ਨਿਕਲਦੇ ਨੇ, ਜਦੋਂ ਸ਼ਾਮ ਨੂੰ ਆਉਂਦੇ ਨੇ ਉਹ ਕਮਾ ਕੇ ਘਰ ਖਾਂਦੇ ਨੇ। ਤਾਂ ਸਾਹਿਬ ਜੀ ਕੀ ਕਹਿੰਦੇ ਨੇ? ਨਿਰਧਨ। ਪਹਿਲਾ ਕੀ ਆ ਗਿਆ? ਗਾਈ ਪੁੱਤਾਂ ਨਿਰਧਨ, ਪੰਥੀ ਰਾਹਗੀਰ। ਹੁਣ ਮੰਨ ਲਓ ਤੁਸੀਂ ਕਿਸੇ ਰਿਸ਼ਤੇਦਾਰ ਕੋਲ ਜਾਣਾ ਹੋਵੇ, ਜਾਣਾ ਵੀ ਜ਼ਰੂਰੀ ਹੋਵੇ, ਕਿਸੇ ਦੀ ਡੈਥ ਹੋ ਗਈ ਹੋਵੇ, ਕਿਸੇ ਦੇ ਕੋਈ ਵਿਆਹ ਸ਼ਾਦੀ ਹੋਵੇ, ਕੋਈ ਫੰਕਸ਼ਨ ਹੋਵੇ, ਉਦੋਂ ਮੀਂਹ ਪੈਂਦਾ ਹੋਵੇ, ਇਮਾਨਦਾਰੀ ਨਾਲ ਸੋਚਿਓ ਤੁਹਾਡੇ ਕਿਸੇ ਰਿਸ਼ਤੇਦਾਰ ਦੇ ਦੂਰ ਵਿਆਹ ਹੋਵੇ, ਆਨੰਦ ਕਾਰਜ ਜਾਣਾ ਹੋਵੇ, ਉਦੋਂ ਮੀਂਹ ਤੇ ਕੱਪੜੇ ਪਾਏ ਹੋਣ ਤੇ ਲਾਗੇ ਉਹਦੀ ਛਿੱਟੇ ਪੈ ਜਾਣ, ਚੰਗਾ ਲੱਗਦਾ ਮੀਂਹ ਭਲਾ? ਅੱਛਾ ਮੰਗਦੇ ਰੋਜ਼ ਸੀ ਉੱਦਾਂ, ਪਰ ਪੰਥੀ ਨੂੰ ਰਾਹਗੀਰ ਨੂੰ ਉਦੋਂ ਮੀਂਹ ਨਹੀਂ ਚੰਗਾ ਲੱਗਦਾ। ਉੱਦਾਂ ਕਹਿੰਦੇ ਸੀ ਬੜੀ ਗਰਮੀ, ਪਰ ਅੱਜ ਪੈ ਗਿਆ, ਅੱਜ ਤਕਲੀਫ ਹੈ। ਕਿਉਂ? ਕੋਈ ਕੱਪੜੇ ਖਰਾਬ ਹੋ ਜਾਣੇ ਆ, ਜਾਣ 'ਚ ਮੁਸ਼ਕਿਲ ਹੈ। ਪੰਥੀ। ਚੌਥਾ ਆ ਗਿਆ ਚਾਕਰ ਹੋਏ। ਚੌਥਾ ਆ ਗਿਆ ਰਾਹ ਨੌਕਰੀ ਵਾਲਾ। ਹੁਣ ਨੌਕਰੀ ਵਾਲਾ ਸਕੂਲ ਟੀਚਰ ਹੈ, ਬੈਂਕ ਮੈਨੇਜਰ ਹੈ, ਬੈਂਕ 'ਚ ਜੋਬ ਕਰਨ ਵਾਲਾ ਹੈ, ਕਿਸੇ ਕਾਲਜ ਪੜ੍ਹਾਉਣ ਵਾਲਾ ਹੈ, ਕੋਈ ਪੁਲਿਸ ਦੀ ਜੋਬ ਕਰਨ ਵਾਲਾ ਹੈ, ਕੋਈ ਡਾਕਟਰ ਹੈ, ਕੋਈ ਨਰਸ ਹੈ, ਜਿਹੜਾ ਵੀ ਕੋਈ ਜੋਬ ਕਰਨ ਵਾਲਾ ਚਾਕਰ। ਨੌਕਰੀ ਕਰਨ ਪਤਾ ਵੀ ਛੁੱਟੀ ਨਹੀਂ ਕਰ ਸਕਦਾ ਮੈਂ, ਮੀਂਹ ਜਾਣਾ ਪੈਣਾ ਹੈ। ਸਾਧਨ ਹੈਗਾ ਤਾਂ, ਨਹੀਂ ਸਾਧਨ ਹੈਗਾ ਤਾਂ। ਚਾਰ ਹੋ ਗਏ। ਗਾਈ ਪੁੱਤਾਂ ਬਲਦ, ਨਿਰਧਨ, ਪੰਥੀ, ਚਾਕਰ ਹੋਏ। ਇਹਨਾਂ ਨੂੰ ਮੀਂਹ ਪੈਣ ਨਾਲ ਖੁਸ਼ੀ ਨਹੀਂ ਹੁੰਦੀ। ਇਹ ਸਾਧ ਸੰਗਤ ਜੀ ਹੁਣ ਇਹ 'ਚੋਂ ਆਪਾਂ ਸਿੱਖਿਆ ਲਈਏ, ਇਹ 'ਚੋਂ ਉਪਦੇਸ਼ ਕੀ ਮਿਲਿਆ ਭਲਾ? ਹੁਣ ਸੁਣਿਓ ਧਿਆਨ ਨਾਲ। ਇੱਦਾਂ ਹੀ ਜਿਵੇਂ ਸਾਉਣ ਦੇ ਮਹੀਨੇ 'ਚ ਮੀਂਹ ਪੈਣ ਨਾਲ ਚੌਂ ਨੂੰ ਖੁਸ਼ੀ ਹੋਈ, ਚੌਂ ਨੂੰ ਤਕਲੀਫ ਹੋਈ, ਇੱਦਾਂ ਹੀ ਮਹਾਰਾਜ ਕਹਿੰਦੇ ਨੇ ਜਦੋਂ ਬਾਣੀ ਦੀ ਵਿਚਾਰ ਹੁੰਦੀ ਹੈ, ਗੁਰਬਾਣੀ ਦਾ ਸੱਚ ਸਮਾਜ ਦੇ ਸਾਹਮਣੇ ਆਉਂਦਾ ਹੈ, ਕਈਆਂ ਨੂੰ ਖੁਸ਼ੀ ਹੁੰਦੀ ਹੈ ਤੇ ਕਈਆਂ ਨੂੰ ਤਕਲੀਫ ਹੁੰਦੀ ਹੈ। ਖੁਸ਼ੀ ਕਿਹਨਾਂ ਨੂੰ ਹੁੰਦੀ ਆ? ਜਿਹੜੇ ਸਿੱਖਣਾ ਚਾਹੁੰਦੇ ਆ। ਜਿਨ੍ਹਾਂ ਨੂੰ ਖੁਸ਼ੀ ਹੁੰਦੀ ਉਹਨਾਂ 'ਚ ਕੌਣ ਕੌਣ ਆਉਂਦੇ ਨੇ? ਉਹਨਾਂ 'ਚ ਨਾਗਾਂ, ਜਿਹਦੇ ਅੰਦਰ ਜ਼ਹਿਰ ਹੈ, ਉਹ ਕਹਿੰਦਾ ਮੈਂ ਆਪਣੀ ਜ਼ਹਿਰ ਘਟੇਗੀ ਜੇ ਬਾਣੀ ਦੀ ਵਿਚਾਰ ਹੋਏਗੀ। ਸੱਪ ਅੰਦਰ ਜ਼ਹਿਰ ਹੈ, ਬੰਦੇ ਅੰਦਰ ਵੀ ਤੇ ਜ਼ਹਿਰ ਹੈ, ਬਿਖ ਤੇ ਅੰਮ੍ਰਿਤ ਹੋਇਓ। ਜਿਹੜਾ ਆਪਣੀ ਜ਼ਹਿਰ ਘਟਾਉਣਾ ਚਾਹੁੰਦਾ ਉਹਨੂੰ ਖੁਸ਼ੀ ਹੁੰਦੀ ਵੀ ਸ਼ੁਕਰ ਹੈ ਮੀਂਹ ਪਵੇਗਾ, ਕਿਤੇ ਬਾਣੀ ਦੀ ਵਿਚਾਰ ਹੋਏਗੀ, ਅਸੀਂ ਮਾੜੇ ਕੰਮ ਛੱਡਾਂਗੇ। ਨਾਗਾਂ, ਮਿਰਗਾਂ, ਹਿਰਨ ਪਿਆਸਾ ਤੁਰਿਆ ਫਿਰਦਾ, ਜਿਹੜੇ ਪਿਆਸੇ ਤੁਰੇ ਫਿਰਦੇ ਥਾਂ ਥਾਂ ਤੇ ਝਖਾਂ ਮਾਰਦੇ ਫਿਰਦੇ, ਇਹਦੇ ਵਿਚਾਰ ਹੋਵੇ, ਸਮਝ ਆਵੇ, ਇੱਕ ਪਿਓ ਦਾ ਤੇ ਪਤਾ ਲੱਗੇ ਵੀ ਸਾਡਾ ਇੱਕ ਗ੍ਰੰਥ ਇੱਕ ਪੰਥ ਹੈ। ਸਾਨੂੰ ਤਾਂ ਦਿੱਲੀ ਤੋਂ ਬਚਿੱਤਰ ਨਾੜ ਦੀ ਕਥਾ ਵੀ ਗੁਰੂ ਦਾ ਪੰਥੀ ਲੱਗੀ ਜਾਂਦੀ ਹੈ, ਵੀ ਸ਼ੁਕਰ ਹੈ ਕਿਤੇ ਬਾਣੀ ਦੀ ਵਿਚਾਰ ਹੋਵੇ। ਉਹ ਤਾਂ ਇੱਦਾਂ ਚਾਹੁੰਦੇ ਆ, ਉਹਨਾਂ ਨੂੰ ਤਾਂ ਚੰਗੀ ਹੁੰਦੀ ਬਾਣੀ ਦੀ ਵਿਚਾਰ ਦੀ ਤਕਲੀਫ। ਬਾਣੀ ਦੀ ਵਿਚਾਰ ਹੋਵੇ ਉਹਨਾਂ ਨੂੰ ਚੰਗਾ ਲੱਗਦਾ ਹੈ। ਗਾਈ ਸਭ ਤੋਂ ਪਹਿਲਾਂ ਨਾਗਾਂ, ਮਿਰਗਾਂ ਤੇ ਮੱਛੀਆਂ, ਜਿਵੇਂ ਮੱਛੀ ਨੂੰ ਪਾਣੀ ਚੰਗਾ ਲੱਗਦਾ, ਉਹ ਵੀ ਫਿਰ ਕਹਿੰਦੇ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਇੱਦਾਂ ਭਾਈ ਸਾਨੂੰ ਬਾਣੀ 'ਚੋਂ ਜੀਵਨ ਮਿਲਦਾ, ਵਿਚਾਰ ਹੋਵੇ ਬਾਣੀ ਦੀ, ਚੰਗੀ ਲੱਗਦੀ ਹੈ। ਰਸੀਆਂ, ਜਿਹੜੇ ਰਸ ਮੰਨਣ ਵਾਲੇ, ਬਾਣੀ 'ਚੋਂ ਰਸ ਲੈਣ ਵਾਲੇ ਹੈਗੇ ਨੇ, ਜਿਹੜੇ ਕਈ ਪਦਾਰਥਾਂ ਦੇ ਰਸ ਲੈਣ ਵਾਲੇ, ਕਈ ਬਾਣੀ ਦੀ ਵਿਚਾਰ ਦਾ ਰਸ ਵੀ ਲੈਂਦੇ ਆ। ਉਹ ਕਹਿੰਦੇ ਰਸ ਆਉਣ ਲੱਗ ਪਿਆ, ਹੁਣ ਸਮਝ ਆਉਣ ਲੱਗ ਪਿਆ। ਅੱਛਾ ਹੁਣ ਜਿਹਨਾਂ ਨੂੰ ਤਕਲੀਫ ਹੁੰਦੀ ਉਹ ਸੁਣ ਲਓ। ਗਾਈ ਪੁੱਤਾਂ। ਬਲਦ ਨੂੰ ਸਭ ਤੋਂ ਵੱਧ ਤਕਲੀਫ ਹੁੰਦੀ, ਭਲਾ ਕਿਵੇਂ? ਬਲਦ ਨੂੰ ਪਤਾ ਵੇਲੀਆਂ ਖਾਧੀਆਂ, ਜੇ ਮੀਂਹ ਪੈ ਗਿਆ ਤੇ ਮੇਰੇ ਮੋਢੇ 'ਤੇ ਪਜਾਲੀ ਆ ਜਾਣੀ ਆ। ਬਹੁਤੇ ਬੰਦਿਆਂ ਨੇ ਜਿਨ੍ਹਾਂ ਚੜ੍ਹਾਵਿਆਂ 'ਤੇ ਐਸ਼ ਕੀਤੀ ਆ, ਜਿਨ੍ਹਾਂ ਨੇ ਆਪਣੇ ਪੈਰਾਂ 'ਤੇ ਮੱਥੇ ਟਿਕਾਏ ਆ, ਜਿਨ੍ਹਾਂ ਨੇ ਆਪਣੀ ਪੂਜਾ ਕਰਾਈ ਆ, ਦੇਹਧਾਰੀ ਗੁਰੂ ਡੰਬ ਆਪਣਾ ਫੈਲਾਇਆ ਵਾ, ਉਹਨਾਂ ਨੂੰ ਬਾਣੀ ਦੀ ਵਿਚਾਰ ਨਹੀਂ, ਉਹਨਾਂ ਨੂੰ ਇਕੋਤਰੀਆਂ ਚੰਗੀਆਂ ਲੱਗਦੀਆਂ, ਉਹਨਾਂ ਨੂੰ ਸੰਪਟ ਪਾਠ ਚੰਗੇ ਲੱਗਦੇ ਆ, ਉਹਨਾਂ ਨੂੰ ਇੱਕ ਅਖੰਡ ਪਾਠ ਦਾ ਭੋਗ ਪਿਆ ਦੂਜਾ ਰੱਖ ਦਿਓ, ਉਹਨਾਂ ਨੂੰ ਬਾਣੀ ਦੀ ਵਿਚਾਰ ਨਹੀਂ ਚੰਗੀ ਲੱਗਦੀ। ਅੱਛਾ ਇੱਕ ਲੌਬੀ ਇਹ, ਦੂਜੀ ਲੌਬੀ ਉਹ ਆ ਜਿਹੜੇ ਕਹਿੰਦੇ ਬਾਣੀ ਦੀ ਵਿਚਾਰ 'ਤੇ ਪਾਬੰਦੀ ਲਾ ਦਿਓ, ਤੁਕਾਂ 'ਤੇ ਬੈਨ ਲਾ ਦਿਓ। ਗੁਰੂ ਗ੍ਰੰਥ ਸਾਹਿਬ 'ਚ ਐਸਾ ਹੈ ਕੀ ਹੈ? ਉਹ ਵੀ ਉਹੋ ਹੀ ਹੈ ਕੈਟਾਗਰੀ, ਜਿਨ੍ਹਾਂ ਨੂੰ ਬਾਣੀ ਦੀ ਵਿਚਾਰ ਦਾ ਇਹ ਮੀਂਹ ਚੰਗਾ ਨਹੀਂ ਲੱਗਦਾ। ਵੀ ਬਾਣੀ ਦੀ ਵਿਚਾਰ ਹੋਏਗੀ, ਸਮਾਜ ਦੇ ਸਾਹਮਣੇ ਦੁਨੀਆ ਨੂੰ ਸੱਚ ਦਾ ਪਤਾ ਲੱਗੂ, ਬਾਣੀ ਆਹ ਕਹਿੰਦੀ ਹੈ, ਦੁਨੀਆ ਕੁਝ ਆਹ ਕੰਮ ਕਰਦੀ ਪਈ ਹੈ। ਨਿਰਧਨ, ਜਿਹਦੇ ਕੋਲ ਆਤਮਿਕ ਧਨ ਹੈ ਨਹੀਂ, ਗੁਣਾਂ ਦਾ ਧਨ ਹੈ ਨਹੀਂ, ਉਹਨੂੰ ਵੀ ਬਾਣੀ ਦੀ ਵਿਚਾਰ ਨਹੀਂ ਚੰਗੀ ਲੱਗਦੀ। ਜਿਹੜਾ ਆਤਮਿਕ ਤੌਰ 'ਤੇ ਗਰੀਬ ਹੈ, ਨਿਰਧਨ, ਪੰਥੀ, ਜਿਹੜਾ ਅਜੇ ਰਾਹ 'ਚ ਭਟਕਦਾ ਫਿਰਦਾ, ਜਿਹੜਾ ਮੰਜ਼ਿਲ 'ਤੇ ਪਹੁੰਚਿਆ ਹੀ ਨਹੀਂ। ਇਹ ਹੁਣ ਮੈਂ ਉਹਦੇ ਭਾਵ ਅਰਥ ਕਰ ਰਿਹਾ ਤਾਂ ਕਿ ਸਮਝ ਲੱਗ ਜਾਏ। ਚਾਕਰ, ਜਿਹੜਾ ਚਾਕਰੀਆਂ ਕਰਦਾ ਫਿਰਦਾ, ਉਹਨੂੰ ਵੀ ਨਹੀਂ ਇਹ ਬਾਣੀ ਦੀ ਵਿਚਾਰ ਦਾ ਮੀਂਹ ਚੰਗਾ ਲੱਗਦਾ। ਜਿਹੜਾ ਧਿਰ ਧਿਰ ਦੀ ਮੁਥਾਜੀ ਕਰਦਾ ਫਿਰਦਾ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਇਸ ਕਰਕੇ ਸਾਧ ਸੰਗਤ ਜੀ, ਪਾਤਸ਼ਾਹ ਜੀ ਨੇ ਸਮਾਜ ਦੀਆਂ ਰੁੱਤਾਂ ਦਾ, ਦਿਨਾਂ ਦਾ, ਵਾਰਾਂ ਦਾ ਨਾਂ ਲੈ ਕੇ ਕਿੱਡਾ ਪਿਆਰਾ ਉਪਦੇਸ਼ ਬਖਸ਼ਿਸ਼ ਕੀਤਾ। ਇਸ ਕਰਕੇ ਚੌਂ ਨੂੰ ਖੁਸ਼ੀ ਹੋਈ, ਚੌਂ ਨੂੰ ਦੁੱਖ ਹੋਇਆ। ਅਸੀਂ ਇਹਨਾਂ ਵਿੱਚੋਂ ਕਿਹੜੀ ਕਤਾਰ ਚਾਹੁੰਦੇ ਹਾਂ, ਇਹ ਫੈਸਲਾ ਹੁਣ ਅਸੀਂ ਖੁਦ ਆਪ ਕਰਨਾ ਹੈ। ਬਾਣੀ ਦੀ ਵਿਚਾਰ ਜਿਹਨਾਂ ਨੂੰ ਚੰਗੀ ਲੱਗਦੀ, ਅਸੀਂ
ਕਿਹਨਾਂ ਨੂੰ ਵਿਚਾਰ ਚੰਗੀ ਲੱਗਦੀ ਹੈ, ਕਿਹਨਾਂ ਨੂੰ ਵਿਚਾਰ ਦੀ ਤਕਲੀਫ ਹੁੰਦੀ ਹੈ, ਇਹ ਫੈਸਲਾ ਅਸੀਂ ਆਪ ਕਰ ਲਈਏ। ਗੁਰਬਾਣੀ ਦੀ ਵਿਚਾਰ ਤੋਂ ਪ੍ਰੋਬਲਮ ਕਿਹਨਾਂ ਲੋਕਾਂ ਨੂੰ ਹੈ, ਜਿਹੜੇ ਬਰਾਬਰ ਲਿਆ ਕੇ ਗ੍ਰੰਥ ਖੜੇ ਕਰ ਰਹੇ ਆ, ਬਰਾਬਰ ਲਿਆ ਕੇ ਸ਼ਖਸੀ ਪੂਜਾ ਖੜੀ ਕਰ ਰਹੇ ਮਹਾਰਾਜ ਦੇ, ਤਾਂ ਕਿ ਲੋਕਾਂ ਵਿੱਚੋਂ ਇਹ ਵਿਚਾਰ ਮਨਫੀ ਹੋ ਜਾਏ। ਪਰ ਨਹੀਂ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਤੋਂ ਖੈਰ ਪਾਸ਼ਾ ਕਹਿੰਦੇ ਨੇ ਸਾਵਣ ਸਰਾਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸਾਉਣ ਮਹੀਨੇ ਦੁਆਰਾ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਉਹ ਜੀਵ ਇਸਤਰੀ ਰਸ ਨਾਲ ਭਰੀ ਰਹਿੰਦੀ ਹੈ, ਹਰੀ ਭਰੀ ਰਹਿੰਦੀ ਹੈ, ਜਿਹਦਾ ਚਰਨ ਕਮਲਾਂ ਨਾਲ ਪਿਆਰ ਹੈ, ਸ਼ਬਦ ਨਾਲ ਪਿਆਰ ਹੈ। ਮਨ ਤਨ ਰਤਾ ਸੱਚ ਰੰਗ, ਉਹਦਾ ਮਨ ਤੇ ਤਨ ਸੱਚ ਰੰਗ ਵਿੱਚ ਰੰਗਿਆ ਗਿਆ। ਇੱਕ ਮਿਕ ਹੋ ਗਿਆ, ਮਨ ਵੀ ਰੰਗਿਆ ਗਿਆ ਤੇ ਤਨ ਵੀ ਰੰਗਿਆ ਗਿਆ। ਇੱਕੋ ਨਾਮ ਆਧਾਰ, ਇੱਕ ਨਾਲ ਇੱਕ ਮਿਕ ਹੋ ਗਏ। ਉਹਨਾਂ ਨੂੰ ਹੋਰ ਕਿਸੇ ਦੀ ਲੋੜ ਪਈ ਨਹੀਂ। ਉਹ ਇਹ ਨਹੀਂ ਕਹਿੰਦੇ ਸੰਤ ਬਣ ਲਈ ਆਹ ਕਰਨਾ ਪੈਣਾ ਤੇ ਸਿਪਾਹੀ ਬਣ ਲਈ, ਸੰਤ ਬਣ ਲਈ ਗੁਰੂ ਗ੍ਰੰਥ ਸਾਹਿਬ ਜੀ, ਸਿਪਾਹੀ ਬਣ ਲਈ 75 ਨਾਟਕ ਦਸਮ। ਉਹ ਇੱਦਾਂ ਨਹੀਂ ਕਹਿੰਦੇ। ਉਹਦਾ ਨਾਂ ਭਾਈ ਹੁਣ ਇੱਕੋ ਥਾਂ ਹੀ, ਇੱਕੋ ਨਾਮ ਆਧਾਰ, ਇੱਕ ਹੀ ਖਸਮ ਹੈ ਭਾਈ। ਹੁਣ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ। ਵਿਖਿਆ ਰੰਗ ਕੁੜਾਵਿਆ, ਵਿਖਿਆ ਰੰਗ ਕੁੜਾਵਿਆ, ਦਿਸਣ ਸਭੈ ਸ਼ਾਰ। ਉਹਨਾਂ ਨੂੰ ਫਿਰ ਵਿਖਿਆ ਰੰਗ, ਬਿਖ ਵਾਲੇ ਜਿਹੜੇ ਵਿਖਿਆ ਰੰਗ ਕੁੜਾਵਿਆ, ਦਿਸਣ ਸਭੈ ਸ਼ਾਰ। ਉਹਨਾਂ ਨੂੰ ਜਿਹੜੇ ਬਿਖ ਵਾਲੇ ਜਿਹੜੇ ਰੰਗ ਵਾ ਨਾ, ਉਹ ਬਹੁਤ ਭੈੜੇ ਲੱਗਦੇ ਆ। ਵਿਖਿਆ ਰੰਗ ਕੁੜਾਵਿਆ, ਦਿਸਣ ਸਭੈ ਸ਼ਾਰ। ਕਿਹੜੇ? ਸ਼ਾਰ ਸੁਆਹ ਦਿਸਦੇ ਆ। ਜਿਹੜੇ ਬਿਖ ਵਾਲੇ ਰੰਗ ਵਾ, ਬਿਖ ਨਾਲ ਪਿਆਰ, ਫਿਰ ਝੂਠ ਦਿਸਦਾ। ਕਿਹੜਾ ਭਲਾ? ਸਤਿਗੁਰ ਨੇ ਬਹੁਤ ਪਿਆਰਾ ਬਚਨ ਬਾਣੀ ਵਿੱਚ ਕੀਤਾ ਹੈ। ਕਹਿਣਗੇ ਜਬ ਆਣਾ, ਜਦੋਂ ਆਉਂਦਾ ਹੈ, ਜਬ ਆਣੇ ਬਲਵੰਚ ਕਰ ਝੂਠ। ਜਬ ਆਣੇ, ਜਦੋਂ ਆਉਂਦਾ ਹੈ, ਬਲਵੰਚ ਕਹਿੰਦੇ ਨੇ ਵਾਲ ਛਲ ਕਰਕੇ, ਕਰ ਝੂਠ, ਝੂਠ ਬੋਲ ਕੇ। ਤਬ ਜਾਣੇ ਜਗ ਜਿੱਤਿਆ, ਉਦੋਂ ਕਹਿੰਦਾ ਮੈਂ ਤਾਂ ਜਗ ਜਿੱਤ ਲਿਆ। ਤੁਸੀਂ ਕਈ ਬੰਦੇ ਵੇਖਿਓ, ਕਿਸੇ ਪੈਟਰੋਲ ਪੰਪ 'ਤੇ ਤੇਲ ਪਵਾਉਣ ਜਾਣ, ਉੱਥੋਂ ਮੰਨ ਲਓ ਅਗਲੇ ਨੇ ਤੇਲ ਦੇ ਪੈਸੇ ਨਾ ਲੈ ਆਉਣ, ਰਸ਼ ਜ਼ਿਆਦਾ ਹੋਵੇ, ਕਿਸੇ ਦੁਕਾਨ ਤੋਂ ਸਮਾਨ ਲੈਣ ਜਾਣ, ਜਾਂ ਕਿਸੇ ਦੁਕਾਨ ਤੋਂ ਚੋਰੀ ਕਰਕੇ ਲੈ ਆਉਣ, ਜਾਂ ਧੋਖਾ ਕਰ ਲਿਆਉਣ, ਇੱਦਾਂ ਲੱਗਦਾ ਜਿਵੇਂ ਅੱਜ ਮੈਂ ਜਗ ਜਿੱਤ ਲਿਆ। ਜਗ ਜਿੱਤ ਲਿਆ, ਤੇ ਮੈਂ 4000 ਦੀ ਠੱਗੀ ਮਾਰ ਕੇ ਆਇਆ, 5000 ਦੀ ਠੱਗੀ ਮਾਰ ਕੇ ਆਇਆ। ਜਬ ਜਾਣੇ ਬਲਵੰਚ ਕਰ ਝੂਠ, ਜਦੋਂ ਬਲਵੰਚ ਜਬ ਜਾਣੇ, ਜਦੋਂ ਜਾਣਦਾ, ਜਬ ਜਾਣਾ ਜਦੋਂ ਜਾਣਦਾ। ਪਾਤਸ਼ਾਹ ਜੀ ਕਹਿੰਦੇ ਨੇ ਬਲਵੰਚ ਕਰ ਝੂਠ। ਬਲਵੰਚ ਕਹਿੰਦੇ ਨੇ ਵਾਲ ਛਲ ਕਰਨਾ, ਕਰ ਝੂਠ, ਝੂਠ ਬੋਲ ਕੇ। ਪਾਤਸ਼ਾਹ ਜੀ ਕਹਿੰਦੇ ਨੇ ਤਬ ਜਾਣੇ ਜਗ ਜਿੱਤੀ ਆ, ਉਦੋਂ ਜਾਣਦਾ। ਕਹਿੰਦਾ ਮੈਂ ਤੇ ਐਂ ਲੱਗਦਾ ਜਿਵੇਂ ਜਗ ਜਿੱਤ ਆਇਆ, 4000 ਨਾਲ ਜਗ ਜਿੱਤ ਆਇਆ, 4000 ਨਾਲ। ਫਿਰ ਉਸ ਬੰਦੇ ਨੂੰ ਜਿਹੜਾ ਸਾਵਣ ਸਰਸੀ ਕਾਮਣੀ ਹੋ ਜਾਂਦਾ, ਚਰਨ ਕਮਲ ਤੋਂ ਪਿਆਰ, ਉਹਨੂੰ ਫਿਰ ਵਿਖਿਆ ਰੰਗ ਕੁੜਾਵਿਆ। ਆ ਬਿਖ ਵਾਲੇ ਰੰਗ ਝੂਠੇ ਦਿਸਦੇ ਆ, ਦਿਸਣ ਸਭੇ ਸ਼ਰ। ਕਹਿੰਦਾ ਨਾ 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 ਯਾਰ, ਆਹ ਐਡੀ ਵੱਡੀ ਲਿਸਟ ਸਮਾਨ ਦੀ ਹੈ, ਇਹ 'ਚ ਤਿੰਨ ਆਈਟਮਾਂ ਦਾ ਤੇ ਉਹਨੇ ਰੇਟ ਲਾਇਆ ਹੀ ਨਹੀਂ। ਘਰ ਆਣ ਕੇ ਵਾਪਸ ਪੈਸੇ ਦੇਣ ਜਾਂਦਾ। ਕਹਿੰਦਾ ਨਾ, ਦਿਸਣ ਸਭੇ ਸ਼ਰ। ਹੁਣ ਇਹ ਜ਼ਹਿਰ ਨਹੀਂ ਖਵਾਉਣਾ ਬੱਚਿਆਂ ਨੂੰ, ਬੜਾ ਖਵਾ ਲਿਆ। ਹੁਣ ਸਮਝ ਲੱਗੀ ਵੀ ਸ਼ਾਂਤੀ ਬੱਚਿਆਂ ਦੀ ਕਿਉਂ, ਘਰ ਦੀ ਸ਼ਾਂਤੀ ਭੰਗ ਕਿਉਂ ਸੀ, ਘਰ 'ਚ ਟਿਕਾ ਕਿਉਂ ਨਹੀਂ ਸੀ। ਮੈਂ ਤਾਂ ਜ਼ਹਿਰ ਲਈ ਆਉਂਦਾ ਸੀ ਆਪਣੇ ਘਰ। ਕਿੱਦਣ ਸਮਝ ਆਏਗੀ ਮਾਨਵਤਾ ਨੂੰ ਵੀ ਤੇਰੇ ਘਰ ਸਭ ਕੁਝ ਹੈਗਾ। ਇੰਨੀਆਂ ਲਾਈਟਾਂ ਲਾਉਣ ਤੋਂ ਬਾਅਦ ਵੀ ਹਨੇਰਾ ਕਿਉਂ ਆ? ਇੰਨੀਆਂ ਲੜੀਆਂ ਲਾਉਣ ਤੋਂ ਬਾਅਦ ਵੀ, ਇਕੱਲੇ ਇਕੱਲੇ ਕਮਰੇ 'ਚ ਇੰਨੇ ਨੇ ਬਲਬ ਲਾਉਣ ਤੋਂ ਬਾਅਦ ਵੀ ਜ਼ਿੰਦਗੀ 'ਚ ਹਨੇਰਾ ਕਿਉਂ ਆ? ਕਾਰਨ ਲੱਭੀ। ਦੇਸ਼ ਛੱਡਣ ਤੋਂ ਬਾਅਦ ਪ੍ਰਦੇਸ਼ ਚਲਾ ਗਿਆ, ਅਜੇ ਵੀ ਖਿੱਚ ਕਿਉਂ ਪੈਣਾ? ਕੋਈ ਵਜ੍ਹਾ ਤੇ ਹੈਗੀ ਹੈ ਨਾ। ਦੇਸ਼ ਛੋੜ ਪ੍ਰਦੇਸੇ ਤਾਂ ਆਇਆ, ਪੰਚ ਚੰਡਾਲ ਨਾਲ ਹੀ ਲੈ ਆਇਆ। ਉਹ ਪੰਜ ਦੇ ਨਾਲ ਹੀ ਗਏ ਨੇ ਨਾ, ਜਿਹੜੇ ਹੁਣ ਦਿਸਣ ਲੱਗ ਪਏ। ਵਿਖਿਆ ਰੰਗ ਕੁੜਾਵੇ, ਦਿਸਣ ਸਭੇ ਸ਼ਾਰ। ਸਵਾਦ ਦਿਸਣ ਲੱਗ ਪਏ ਉਹਨੂੰ। ਹੁਣ ਕਿਸੇ ਦੇ ਡਰ ਕਰਕੇ ਰਿਸ਼ਵਤ ਨਹੀਂ ਲੈਂਦਾ। ਹੁਣ ਇੱਦਾਂ ਕਹਿੰਦਾ ਦੀਸਤ ਮਾਸ ਨਾ ਖਾਏ ਬਲਾਈ, ਦਿਸ ਰਿਹਾ ਮਾਸ ਨਹੀਂ ਖਾਂਦੀ ਬਿੱਲੀ। ਹੁਣ ਸਾਹਮਣੇ ਪਿਆ ਮਾਸ ਨਹੀਂ ਖਾਂਦੀ ਬਿੱਲੀ। ਹੁਣ ਯਾਨੀ ਕਿ ਤ੍ਰਿਸ਼ਨਾ ਰੂਪੀ ਬਿੱਲੀ ਨੇ ਹੁਣ ਚੂਹੇ ਖਾਣੇ, ਮਾਸ ਖਾਣਾ ਛੱਡ ਦਿੱਤਾ। ਕਿਹੜਾ ਮਾਸ? 2 ਨੰਬਰ ਦਾ ਮਾਸ, ਬੇਈਮਾਨੀਆਂ ਦਾ ਮਾਸ, ਠੱਗੀਆਂ ਦਾ ਮਾਸ। ਹੁਣ ਦਾਜ ਦੇ ਰਹੇ ਅਗਲੇ, ਕਹਿੰਦਾ ਨਹੀਂ ਲੈਣਾ। ਹੁਣ ਦੂਜਾ ਪੁੱਤ ਵਿਆਹੁਣ ਲੱਗੇ, ਚੂੜੀ ਪਾਉਣ ਲੱਗੇ, ਮਾਂ ਨੂੰ ਕਹਿੰਦੀ ਨਾ, ਉਦੋਂ ਨਹੀਂ ਸੀ ਪਤਾ, ਪਵਾ ਲਈ। ਵੱਡੇ ਪੁੱਤ ਵੇਲੇ ਨਹੀਂ ਸੀ ਪਤਾ, ਹੁਣ ਪਤਾ ਲੱਗ ਗਿਆ। ਨਾ 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 ਦਿਸਣ, ਹੁਣ ਨਹੀਂ ਲੈਣਾ ਦਾਜ। ਨਾ 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 ਨਾ। ਕਿਉਂ? ਕਹਿੰਦੇ ਕਿਉਂ? ਕਹਿੰਦੇ ਦੀਸਤ ਮਾਸ ਨਾ ਖਾਏ ਬਲਾਈ। ਹੁਣ ਮੇਰੀ ਤ੍ਰਿਸ਼ਨਾ ਰੂਪੀ ਬਿੱਲੀ ਨੇ ਮਾਸ ਖਾਣਾ ਛੱਡ ਦਿੱਤਾ ਹੈ। ਹੁਣ ਨਹੀਂ ਰਿਸ਼ਵਤ ਲੈਣੀ, ਕਿਉਂਕਿ ਦੀਸਤ ਮਾਸ ਨਾ ਖਾਏ ਬਲਾਈ, ਦਿਸਣ ਸਭੇ ਸ਼ਾਰ। ਹਾਰੇ ਅੰਮ੍ਰਿਤ ਬੂੰਦ ਸੁਹਾਵਣੀ, ਪਰਮੇਸ਼ਰ ਦੇ ਨਾਮ ਦੀ ਅੰਮ੍ਰਿਤ ਬੂੰਦ ਬਾਣੀ ਵਿਚਾਰ ਸੋਹਣੀ ਲੱਗਣ ਲੱਗ ਪਈ। ਮਿਲ ਸਾਧੂ। ਕਿਹੜਾ ਸਾਧੂ?
ਇੱਕ ਵਾਰ ਸਾਰੇ ਕੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਮਿਲ ਸਾਧੂ, ਐਵੇਂ ਨਾ ਸਾਧੂ ਲੱਭਦੇ ਫਿਰਿਓ ਵੀ ਜਿਹੜਾ ਚੋਲਾ ਗਿੱਟਿਆਂ ਨਾਲ ਵੱਜਦਾ ਆਵੇ। ਸਾਧੂ ਆ ਗਏ ਜੀ, ਪਰਾਂ ਜੋ ਪਰਾਂ ਜੋ, ਇੱਦਾਂ ਕਰਦੇ ਫਿਰ ਕਈ। ਸਾਧੂ ਆ ਗਏ, ਪਰਾਂ ਜੋ। ਸਾਧੂ ਆ ਕੇ ਕੰਪੈਨ ਹੈ ਵੀ ਇੱਦਾਂ ਚੌੜੀ ਆਉਂਦੀ ਤੁਰੀ। ਕੰਪੈਨ ਅਜੇ ਨਗਾਉਣੀ ਹੁੰਦੀ ਨਾ ਜਦੋਂ ਕਣਕ ਵੱਢੀ ਤੇ ਚੌੜੀ ਹੁੰਦੀ। ਕਈ ਇਹਦਾ ਸਾਧੂ ਆ ਗਏ ਜੀ, ਪਰਾਂ ਜੋ ਜੀ, ਪਰਾਂ ਜੋ ਜੀ। ਬਾਬਾ ਜੀ ਨੇ ਇੱਥੇ ਬਹਿਣਾ ਜੀ, ਬਾਬਾ ਜੀ ਸੋਫੇ 'ਤੇ ਬਹਿਣਗੇ, ਘਰ ਵਾਲੇ ਥੱਲੇ ਬਹਿਣਗੇ। ਮੈਂ ਵੱਡੇ ਵੱਡੇ ਸਰਪੰਚ ਵੇਖੇ, ਵੱਡੇ ਵੱਡੇ ਲੀਡਰ ਵੇਖੇ, ਬਜ਼ੁਰਗ ਮਾਵਾਂ ਵੇਖੀਆਂ, ਜਵਾਕ ਸਾਧ ਨੂੰ ਸੋਫੇ 'ਤੇ ਬਿਠਾ ਕੇ ਜੋ ਪੈਰਾਂ 'ਚ ਬੈਠੇ ਹੋਣਗੇ ਤੇ ਕਹਿਣਗੇ ਇਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ, ਕਿਉਂ ਝੂਠ ਬੋਲਦੇ ਜੇ ਤੁਸੀਂ? ਤਾਂ ਛੋਕਰਿਆਂ ਨੂੰ, ਜਵਾਕਾਂ ਨੂੰ, ਸਾਧਾਂ ਨੂੰ ਤੁਸੀਂ ਸਿਰ ਚੜਾਤਾ ਕੌਮ ਦੇ, ਤੇ ਚੜਾਇਆ ਇਹਨਾਂ ਲੋਕਾਂ ਨੇ। ਭੈਣੋ ਤੁਹਾਡੇ ਅੱਗੇ ਹੱਥ ਬੇਨਤੀ, ਹੱਥ ਜੋੜ ਕੇ ਬੇਨਤੀ, ਲਾਉਣਾ ਵੀ ਤੁਹਾਨੂੰ ਪੈਣਾ ਹੈ। ਮਿਲ ਸਾਧੂ ਇੱਥੇ ਕੌਣ ਹੈ? ਗੁਰੂ, ਸ਼ਬਦ, ਗਿਆਨ, ਵਿਚਾਰ ਆਪਣੀ ਜ਼ਿੰਦਗੀ 'ਚ ਲੈ ਕੇ ਆਓ। ਮਿਲ ਸਾਧੂ ਪੀਵਨਹਾਰ। ਇਹਨੂੰ ਕਿੱਦਾਂ ਪੀਣਾ? ਆ ਪੀ ਰਹੇ ਆਪਾਂ ਕੰਨਾਂ ਰਾਹੀਂ, ਅੱਖਾਂ ਰਾਹੀਂ। ਜਦੋਂ ਤੁਸੀਂ ਪਾਠ ਕਰਦੇ ਹੋ ਅੱਖਾਂ ਰਾਹੀਂ ਅੰਮ੍ਰਿਤ ਪੀਤਾ ਜਾ ਰਿਹਾ, ਜਦੋਂ ਸੁਣਦੇ ਜੇ ਕੰਨਾਂ ਰਾਹੀਂ ਪੀਤਾ ਜਾ ਰਿਹਾ। ਮਿਲ ਸਾਧੂ ਪੀਵਨ ਹਾਰੇ, ਅੰਮ੍ਰਿਤ ਬੂੰਦ ਪੀਣੀ ਹੈ। ਹਾਰੇ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨ ਹਾਰ। ਗੁਰੂ ਨੂੰ ਮਿਲ ਕੇ ਇਹ ਬੂੰਦ ਰੋਜ਼ ਪੀਣੀ ਆ, ਰੋਜ਼ ਪੀਣੀ ਆ, ਰੋਜ਼ ਸਿੱਖਣਾ ਅੰਮ੍ਰਿਤ, ਰੋਜ਼ ਪੀਣਾ। ਫਿਰ ਇਹਦਾ ਕੀ ਹੋਏਗਾ? ਇਹਦਾ ਅਸਰ ਕੀ ਹੋਏਗਾ? ਕਹਿੰਦੇ ਵਾਣ ਤੈਣ ਪ੍ਰਭ ਸੰਗ ਮੌਲਿਆ। ਤੇਰਾ ਕੱਲਾ ਕੱਲਾ ਗਿਆਨ ਅੰਦਰਾ, ਕਰਮ ਅੰਦਰਾ ਮੌਲਿਆ ਜਾਊਗਾ। ਜਿਵੇਂ ਮੀਂਹ ਪੈਣਾ ਬਨਸਪਤੀ ਨਹੀਂ ਮੌਲਦੀ, ਇੱਦਾਂ ਤੇਰੇ ਕੱਲਾ ਕੱਲਾ ਗਿਆਨ ਅੰਦਰਾ, ਕਰਮ ਅੰਦਰਾ ਖਿੜੇਗਾ ਮੌਲਿਆ। ਸਮਰੱਥ ਪੁਰਖ ਅਪਾਰ, ਕਿਉਂਕਿ ਸਾਂਝ ਸਮਰੱਥ ਪੁਰਖ ਅਪਾਰ ਨਾ ਪੈ ਗਈ। ਹਰ ਮਿਲਣੇ ਨੂੰ ਮਨ ਲੋਚਦਾ, ਇਸ ਕਰਕੇ ਉਸ ਹਰੀ ਨੂੰ ਮਿਲਣ ਨੂੰ ਮਨ ਲੋਚਦਾ। ਤਾਂਘਦਾ ਮੇਰਾ ਵੀ, ਪਰ ਨਾਲ ਕਹਤਾ ਕਰਮ ਮਿਲਾਵਣ ਆਪ। ਤੁਹਾਡੀ ਬਖਸ਼ਿਸ਼ ਦਾ ਪਾਤਰ ਬਣਾਂਗਾ ਤੇ ਫਿਰ ਹੀ ਉਹਦੇ ਨਾਲ ਮੇਰੀ ਸਾਂਝ ਪੈ ਸਕਦੀ ਹੈ, ਜਿਹਦੇ ਨਾਲ ਜੁੜਨ ਕਰਕੇ ਮੇਰੇ ਜ਼ਿੰਦਗੀ ਦੇ ਵਿੱਚ ਖੇੜਾ ਆ ਸਕੇ। ਜਿੰਨੀ ਸਖੀਏ, ਜਿਨ੍ਹਾਂ ਜੀਵ ਇਸਤਰੀਆਂ ਨੇ, ਜਿਨ੍ਹਾਂ ਭੈਣਾਂ ਨੇ, ਜਿਨ੍ਹਾਂ ਸਿੱਖਾਂ ਨੇ, ਜਿਨ੍ਹਾਂ ਜੀਵਾਂ ਨੇ, ਇੱਦਾਂ ਜਿਨ ਸਖੀਏ ਪ੍ਰਭ ਪਾਇਆ, ਜਿਨ੍ਹਾਂ ਨੇ ਪ੍ਰਭ ਪਾ ਲਿਆ, ਜਿਨ੍ਹਾਂ ਕੰਤ ਪਾ ਲਿਆ, ਜਿਨ੍ਹਾਂ ਸੱਚ ਪਾ ਲਿਆ। ਹਉ ਤਿੰਨ ਕੈ ਸਦ ਬਲਿਹਾਰ। ਮੈਂ ਕੁਰਬਾਨ ਜਾਨਾ ਉਹਨਾਂ ਤੋਂ। ਹਉ ਤਿੰਨ ਕੈ ਉਹਨਾਂ ਤੋਂ ਸਦ ਬਲਿਹਾਰ, ਕੁਰਬਾਨ ਜਾਨਾ। ਮੇਰਾ ਸਿਰ ਝੁਕਦਾ ਉਹਨਾਂ ਗਾੜੀ, ਜਿਨ੍ਹਾਂ ਜੀਵ ਇਸਤਰੀਆਂ ਨੇ ਸੱਚ ਦਾ ਸਾਥ ਮਾਣ ਲਿਆ, ਜਿਨ੍ਹਾਂ ਸੱਚ ਦਾ ਸੰਗ ਮਾਣਿਆ। ਤਾਂ ਪਾਤਸ਼ਾਹ ਕਹਿੰਦੇ ਨੇ ਨਾਨਕ ਹਰ ਜੀ ਮਇਆ ਕਰ। ਹੇ ਨਾਨਕ ਹਰ ਜੀ ਮਇਆ ਕਰ। ਹੇ ਹਰੀ ਜੀ, ਹੇ ਮਾਲਕ ਜੀ, ਮੇਰੇ ਤੇ ਵੀ ਬਖਸ਼ਿਸ਼ ਕਰੋ। ਮੈਂ ਤੁਹਾਡੀ ਬਖਸ਼ਿਸ਼ ਦਾ ਪਾਤਰ ਬਣ ਕੇ ਸ਼ਬਦ ਦੇ ਦੁਆਰਾ ਆਪਣੀ ਜ਼ਿੰਦਗੀ ਨੂੰ ਸਵਾਰ ਸਕਾਂ। ਸ਼ਬਦ ਸਵਾਰਨਹਾਰ, ਕਿਉਂਕਿ ਤੁਹਾਡਾ ਸ਼ਬਦ ਸਵਾਰਨਹਾਰ ਹੈ। ਤੁਹਾਡਾ ਸ਼ਬਦ ਮੁਰਦਿਆਂ 'ਚ ਜਾਨ ਪਾ ਸਕਦਾ ਹੈ। ਮਿਰਤਕ ਕੋ ਪਾਇਓ ਤਨ ਸਾਸਾ, ਬਿਸ਼ਰਤੇ ਆਣ ਮਿਲਾਇਆ। ਪਸ਼ੂ ਪ੍ਰੇਤ ਮੁਗਧ ਪੈ ਸ਼ਰੋਤੇ, ਹਰ ਨਾਮ ਮੁਖ ਗਾਇਆ। ਪੂਰੇ ਗੁਰ ਕੀ ਦੇਖ ਵਡਾਈ, ਤਾਂ ਕੀ ਕੀਮਤ ਕਹਿਣ ਨਾ ਜਾਈ। ਸ਼ਬਦ ਮਿਲਾ ਸਵਾਰਨਹਾਰ। ਸਾਵਣ ਤਿੰਨਾਂ ਸੁਹਾਗਣੀ। ਪਾਤਸ਼ਾਹ ਜੀ ਕਹਿੰਦੇ ਨੇ ਸਾਵਣ ਸ਼ਬਦ ਵਰਤ ਕੇ ਕਹਿੰਦੇ ਨੇ ਤਿੰਨਾਂ ਸੁਹਾਗਣੀ, ਉਹ ਜੀਵ ਇਸਤਰੀਆਂ ਸਦਾ ਹੀ ਸੁਹਾਗਣੀਆਂ ਰਹਿੰਦੀਆਂ ਨੇ। ਮਹਾਰਾਜ ਕਿਹੜੀਆਂ? ਜਿਨ ਰਾਮ ਨਾਮ ਔਰ ਹਾਰ। ਜਿਨ ਰਾਮ ਨਾਮ ਔਰ ਹਾਰ, ਜਿਨ੍ਹਾਂ ਨੇ ਆਪਣੇ ਔਰ ਵਿੱਚ, ਹਿਰਦੇ ਵਿੱਚ ਰਾਮ ਦੇ ਨਾਮ ਦਾ ਹਾਰ ਪਾ ਲਿਆ, ਗੁਣਾਂ ਦਾ ਹਾਰ ਪਾ ਲਿਆ, ਆਪਣੇ ਜੀਵਨ ਨੂੰ ਸਵਾਰ ਲਿਆ। ਸਾਧ ਸੰਗਤ ਜੀ, 12ਵਾਂ ਬਾਣੀ ਦੇ ਕੁੱਲ 14 ਸ਼ਬਦ ਨੇ। ਆਪਾਂ ਬੜੇ ਪਿਆਰ ਨਾਲ, ਟਿਕਾ ਦੇ ਨਾਲ ਅੱਜ ਤੱਕ ਆਪਾਂ 6 ਸ਼ਬਦਾਂ ਦੀ ਵਿਚਾਰ ਸਾਂਝੀ ਕੀਤੀ ਹੈ। ਇੱਦਾਂ ਇੱਕ ਇੱਕ ਸ਼ਬਦ ਆਪਾਂ ਸਮਝਦੇ ਜਾਣਾ, ਵਿਚਾਰਦੇ ਜਾਣਾ ਗੁਰੂ ਪਾਤਸ਼ਾਹ ਜੀ ਦਾ, ਤਾਂ ਕਿ ਸਾਨੂੰ ਸਮਝ ਲੱਗ ਸਕੇ ਕਿੰਨੇ ਪਿਆਰੇ ਮੋਤੀ ਸਾਡੇ ਲਈ ਸਤਿਗੁਰ ਜੀ ਨੇ ਪਰੋਏ ਹੋਏ, ਕਿੰਨੀਆਂ ਪਿਆਰੀਆਂ ਵਿਚਾਰਾਂ ਸਤਿਗੁਰੂ ਜੀ ਨੇ ਸਾਨੂੰ ਦਿੱਤੀਆਂ ਹੋਈਆਂ ਨੇ। ਇੱਕ ਇੱਕ ਸ਼ਬਦ ਸਮਝਦੇ ਜਾਈਏ, ਵਿਚਾਰਦੇ ਜਾਈਏ ਅਤੇ ਆਪਣੀ ਜ਼ਿੰਦਗੀ ਵਿੱਚ ਇਹ ਪਿਆਰਾ ਉਪਦੇਸ਼ ਵਸਾਉਂਦੇ ਜਾਈਏ, ਤਾਂ ਕਿ ਅਸੀਂ ਗੁਰੂ ਦੀ ਇਸ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਸਕੀਏ। ਸਾਰਿਆਂ ਦਾ ਧੰਨਵਾਦ ਆ ਜੀ। ਤੁਸੀਂ ਬੜੇ ਟਿਕਾ ਨਾਲ ਰੋਜ਼ਾਨਾ ਇਸ ਬਾਣੀ ਨੂੰ ਸਰਵਣ ਕਰਦੇ ਜੇ। ਆਪ ਪੜ੍ਹੋ, ਜਿਵੇਂ ਆਪਾਂ ਪਹਿਲੀਆਂ ਬਾਣੀਆਂ ਦੀਆਂ ਵਿਚਾਰਾਂ ਕਰ ਚੁੱਕੇ ਹਾਂ, ਉਹਦਾ ਸਹਿਜ ਪਾਠ ਨਾਲ ਨਾਲ ਅਰਥਾਂ ਸਹਿਤ ਕਰਦੇ ਜਾਓ, ਪੜ੍ਹਦੇ ਜਾਓ। ਕਿਤੇ ਜਾਣ ਦੀ ਲੋੜ ਨਹੀਂ, ਕਿਸੇ ਭੇਖੀ ਕੋਲ, ਕਿਸੇ ਪਖੰਡੀ ਕੋਲ, ਕਿਸੇ ਦੇਹਧਾਰੀ ਕੋਲ, ਕਿਸੇ ਦੇ ਮੁਹਤਾਜ ਹੋਣ ਦੀ ਲੋੜ ਹੀ ਨਹੀਂ। ਗੁਰੂ ਨੇ ਤਾਂ ਸਾਨੂੰ ਆਪ ਕਿਹਾ, ਆਪ ਬਾਣੀ ਪੜ੍ਹੋ ਭਾਈ, ਬਿਨ ਖਾਏ ਬੁੱਝੇ ਨਹੀਂ ਭੋਖ।
ਬਿਨਾਂ ਖਾਣ ਤੋਂ ਭੁੱਖ ਨਹੀਂ ਮਿਟਣੀ। ਆਪਣੇ ਲਈ ਜਿਵੇਂ ਖਾਣਾ ਆਪਣੇ ਲਈ ਖਾਂਦੇ ਹੋ, ਇਸ਼ਨਾਨ ਆਪਣੇ ਲਈ ਕਰਦੇ ਹੋ, ਇੱਦਾਂ ਵਿਚਾਰ ਵੀ ਆਪਣੇ ਲਈ ਖੁਦ ਆਪ ਕਰੋ, ਆਪ ਬਾਣੀ ਪੜ੍ਹੋ, ਸਮਝੋ। ਤਾਂ ਪਾਤਸ਼ਾਹ ਜੀ ਨੇ ਇੱਥੇ ਸਾਵਣ ਮਹੀਨੇ ਦੀ ਵਰਤੋਂ ਕਰਦਿਆਂ ਹੋਇਆਂ, ਸਾਵਣ ਸ਼ਬਦ ਦੀ ਵਰਤੋਂ ਕਰਦਿਆਂ ਹਾਂ, ਉਸ ਰਾਹੀਂ ਇਹ ਉਪਦੇਸ਼ ਬਖਸ਼ੀ ਤਾਂ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਆਓ ਅਸੀਂ ਵੀ ਆਪਣੀ ਜ਼ਿੰਦਗੀ 'ਚੋਂ ਖੇੜਾ ਖੁਸ਼ੀ ਲੈ ਕੇ ਆਈਏ, ਜਿਹੜਾ ਖੇੜਾ ਖੁਸ਼ੀ ਗੁਰੂ ਦੇ ਸ਼ਬਦ ਰਾਹੀਂ ਸਾਨੂੰ ਮਿਲਣਾ ਚਾਹੀਦਾ ਹੈ, ਉਹ ਜੀਵਨ ਸਾਡਾ ਵਧੀਆ ਬਣੇ, ਖੂਬਸੂਰਤ ਬਣੇ। ਸਾਰਿਆਂ ਦਾ ਧੰਨਵਾਦ। ਗੁਰੂ ਦੇ ਪਿਆਰੇ ਉਪਦੇਸ਼, ਪਿਆਰੀਆਂ ਸਿੱਖਿਆਵਾਂ ਸਾਡੀ ਜ਼ਿੰਦਗੀ ਦਾ ਸ਼ਿੰਗਾਰ ਬਣ ਸਕਣ ਜੀ। ਸਾਰਿਆਂ ਦਾ ਧੰਨਵਾਦ। ਇੰਨੇ ਕੁ ਬਚਨ ਪ੍ਰਵਾਨ ਕਰਿਓ, ਅਦਬ ਸਤਿਕਾਰ ਨਾਲ ਫਤਿਹ ਬੁਲਾਓ, ਬੜੇ ਪਿਆਰ ਨਾਲ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।